ना सकत कर सिफत तुम्हारी, आप लिहो तुम कथा सुधारी। सतनाम श्री वाहिगुरु जी। ਇਹ ਅਖਿਆਨ ਸੁਨਿਓ ਕਾਂਸੀਸ, ਕ੍ਰਿਤ ਕ੍ਰਿਤ ਭਏ ਝਰਨ ਧਰ ਸੀਸ। ਧੰਨ ਧੰਨ ਕਹਿ ਭਾਗ ਸਰਾਹਾ, ਗੋਪ ਕਥਾ ਬਰਨੀ ਮੁਨ ਨਾਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਸੰਧਿਆ ਦੇ ਦੀਵਾਨਾਂ ਵਿੱਚ ਆਪਣੇ ਚਰਨਾਂ ਵਿੱਚ ਬੁਲਾਇਆ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਰਹਿਰਾਸ ਸਾਹਿਬ ਦੇ ਪਾਠ ਉਪਰੰਤ ਗੁਰਬਾਣੀ ਦੇ ਕੀਰਤਨ ਤੇ ਗਿਆਨੀ ਦਵਿੰਦਰ ਸਿੰਘ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ। ਆਓ ਹੁਣ ਲੜੀਵਾਰ ਇਤਿਹਾਸ ਦੀ ਕਥਾ ਨਾਲ ਜੁੜ ਜਾਈਏ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਨੇ ਜਦੋਂ ਆਪਣੀ ਮਾਇਆ ਵਰਤਾਈ ਤਾਂ ਭਾਈ ਗੁਰਦਾਸ ਜੀ ਕਾਂਸ਼ੀ ਪਹੁੰਚ ਗਏ ਅਤੇ ਕਾਂਸ਼ੀ ਵਿੱਚ ਕਾਂਸ਼ੀ ਦਾ ਰਾਜਾ ਵੀ ਭਾਈ ਸਾਹਿਬ ਦੀ ਵਿਦਵਤਾ ਤੋਂ ਪ੍ਰਭਾਵਿਤ ਹੋ ਕੇ ਗੁਰੂ ਕਾ ਸਿੱਖ ਬਣਿਆ। ਕਾਂਸ਼ੀ ਦੇ ਹਜ਼ਾਰਾਂ ਪੰਡਿਤ, ਖੱਤਰੀ, ਬਾਹਮਣ, ਸ਼ੂਦ, ਵੈਦ ਸਾਰੀਆਂ ਜਾਤਾਂ ਦੇ ਲੋਕ ਗੁਰੂ ਵਾਲੇ ਬਣੇ। ਬਹੁਤ ਸੰਪਰਦਾਵਾਂ ਦੇ ਸੰਨਿਆਸੀ, ਬੈਰਾਗੀ, ਜੋਗੀ, ਜੰਗਮ, ਮਹਾਤਮਾ, ਮਹਾਂਪੁਰਸ਼ਾਂ ਨੇ ਵੀ ਭਾਈ ਸਾਹਿਬ ਤੋਂ ਲਾਭ ਪ੍ਰਾਪਤ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਦੀ ਸ਼ਖਸੀਅਤ ਨੇ ਕਾਂਸ਼ੀ ਦੇ ਇਲਾਕੇ ਵਿੱਚ, ਜਿੱਥੇ ਹਿੰਦੂ ਧਰਮ ਦਾ, ਸਨਾਤਨ ਧਰਮ ਦਾ ਗੜ੍ਹ ਹੈ, ਸਤਿਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਝੰਡਾ ਬੁਲੰਦ ਕੀਤਾ। ਤਾਂ ਉੱਥੋਂ ਦੇ ਪੰਡਤਾਂ ਨੇ ਭਾਈ ਸਾਹਿਬ ਕੋਲੋਂ 3 ਸਵਾਲ ਪੁੱਛੇ। ਸਵਾਲ ਬੜੇ ਮੁੱਢਲੇ, ਬੜੇ ਬੇਸਿਕ ਸਨ। ਪਹਿਲਾ ਸਵਾਲ ਸੀ ਵਾਹਿਗੁਰੂ ਮੰਤਰ ਦੇ ਪ੍ਰਥਾਏ। ਬੱਚਿਆਂ ਨੂੰ ਬਾਹਰ ਲੈ ਜਾਓ ਸਾਧ ਸੰਗਤ ਜੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੂਸਰਾ ਸਵਾਲ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਤੇ, ਔਰ ਤੀਸਰਾ ਸਵਾਲ ਸੀ ਸ੍ਰੀ ਹਰਿਮੰਦਰ ਸਾਹਿਬ 'ਤੇ। ਵਾਹਿਗੁਰੂ ਮੰਤਰ ਦਾ ਮਹਾਤਮ ਕੀ ਹੈ? 4 ਵੇਦ, 6 ਸ਼ਾਸਤਰ, 27 ਸਿਮਰਤੀਆਂ, 18 ਪੁਰਾਣਾਂ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਹੈ? ਔਰ 68 ਤੀਰਥ ਮੌਜੂਦ ਹਨ। ਗੰਗਾ, ਜਮਨਾ, ਸਰਸਵਤੀ ਆਦਿਕ ਪਵਿੱਤਰ ਨਦੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਦੀ, ਅੰਮ੍ਰਿਤਸਰ ਦੀ ਕੀ ਲੋੜ ਹੈ? ਇਹ ਜਿਹੜੇ ਸਵਾਲ ਪੰਡਤਾਂ ਨੇ ਕੀਤੇ, ਭਾਈ ਸਾਹਿਬ ਗੁਰਦਾਸ ਜੀ ਨੇ ਸੰਸਕ੍ਰਿਤ ਵਿੱਚ 6 ਸ਼ਲੋਕ ਉਚਾਰਨ ਕਰਕੇ ਜਵਾਬ ਦਿੱਤਾ। ਭਾਈ ਸਾਹਿਬ ਦੀਆਂ 40 ਵਾਰਾਂ ਹਨ, 675 ਕਵਿਤ ਸਵਈਏ ਹਨ ਅਤੇ 6 ਸ਼ਲੋਕ ਸੰਸਕ੍ਰਿਤ ਭਾਸ਼ਾ ਦੇ ਹਨ। ਭਾਈ ਸਾਹਿਬ ਅਰਬੀ, ਫਾਰਸੀ, ਸੰਸਕ੍ਰਿਤ, ਗੁਰਮੁਖੀ, ਹੋਰ ਬਹੁਤ ਸਾਰੀਆਂ ਭਾਸ਼ਾ ਦਾ ਗਿਆਨ ਰੱਖਦੇ ਸਨ। ਭਾਈ ਸਾਹਿਬ ਗੁਰਦਾਸ ਜੀ ਨੂੰ ਸਿੱਖ ਧਰਮ ਦੇ ਵਿੱਚ ਵੇਦ ਵਿਆਸ ਜੀ ਦਾ ਦਰਜਾ ਮਿਲਦਾ ਹੈ। ਜਿਵੇਂ ਵੇਦ ਵਿਆਸ ਜੀ ਨੇ ਵੇਦਾਂ ਦਾ ਵਿਸਥਾਰ ਕੀਤਾ ਸੀ ਦੁਆਪਰ ਯੁੱਗ ਦੇ ਅਖੀਰ ਵਿੱਚ, ਇਸੇ ਤਰ੍ਹਾਂ ਕਾਲਯੁੱਗ ਵਿੱਚ ਗੁਰਬਾਣੀ ਦਾ ਵਿਸਥਾਰ, ਵਿਆਖਿਆ, ਗੁਰਬਾਣੀ ਨੂੰ ਲਿਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਸੋ ਭਾਈ ਸਾਹਿਬ ਜੀ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਜਿਵੇਂ ਸਾਧ ਸੰਗਤ ਜੀ, ਕੁੰਜੀ ਤੋਂ ਬਿਨਾਂ ਤਾਲਾ ਨਹੀਂ ਖੁੱਲ੍ਹਦਾ। ਭਾਈ ਗੁਰਦਾਸ ਜੀ ਦੀ ਬਾਣੀ ਤੋਂ ਬਿਨਾਂ ਸਿੱਖੀ ਨਹੀਂ ਪ੍ਰਾਪਤ ਹੁੰਦੀ। ਸਿੱਖੀ ਦਾ ਸਭ ਤੋਂ ਵੱਡਾ ਰਹਿਤਨਾਮਾ ਵੀ ਭਾਈ ਸਾਹਿਬ ਦੀ ਬਾਣੀ ਹੈ। ਜੇ ਤੁਸੀਂ ਗੁਰਮਤਿ ਨੂੰ ਜਾਣਨਾ ਚਾਹੁੰਦੇ ਹੋ, ਭਾਈ ਸਾਹਿਬ ਦੀ ਬਾਣੀ ਪੜ੍ਹੋ, ਫਿਰ ਪਤਾ ਲੱਗੇਗਾ ਵੀ ਸਿੱਖੀ ਕਿੰਨੀ ਬਰੀਕ ਹੈ, ਕਿੰਨੀ ਸੂਖਸ਼ਮ ਹੈ।
ਬਾਹਰੋਂ ਸਿੱਖ ਬਣ ਜਾਣਾ ਹੋਰ ਗੱਲ ਹੈ, ਅੰਦਰੋਂ ਸਿੱਖ ਬਣਨਾ ਹੋਵੇ ਤੇ ਭਾਈ ਸਾਹਿਬ ਗੁਰਦਾਸ ਜੀ ਦੀ ਬਾਣੀ ਪੜ੍ਹੀ ਦੀ ਹੈ, ਫਿਰ ਗੁਰਬਾਣੀ ਦੀ ਸਮਝ ਆਉਂਦੀ ਹੈ। ਜਦੋਂ ਗੁਰਬਾਣੀ ਦੀ ਸਮਝ ਆਉਂਦੀ ਹੈ ਫਿਰ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੇ ਪ੍ਰਤੱਖ ਦਰਸ਼ਨ ਹੁੰਦੇ। ਜਿਨ੍ਹਾਂ ਮਹਾਂਪੁਰਸ਼ਾਂ ਕੋਲੋਂ ਅਸੀਂ ਵਿੱਦਿਆ ਪ੍ਰਾਪਤ ਕੀਤੀ, ਉਹ ਕਹਿੰਦੇ ਸੀ ਵੀ ਭਾਈ ਗੁਰਦਾਸ ਸਾਨੂੰ ਗੁਰੂ ਕੋਲ ਲੈ ਜਾਂਦੇ ਆ ਤੇ ਗੁਰੂ ਸਾਨੂੰ ਪਰਮੇਸ਼ਰ ਕੋਲ ਲੈ ਜਾਂਦਾ। ਸਿੱਧੀ ਜੀ ਗੱਲ ਹੈ। ਭਾਈ ਗੁਰਦਾਸ ਜੀ ਸਿੱਖ ਨੂੰ ਗੁਰੂ ਕੋਲ ਪਹੁੰਚਾ ਦਿੰਦੇ ਆ ਤੇ ਗੁਰੂ ਪਰਮੇਸ਼ਰ ਕੋਲ ਪਹੁੰਚਾ ਦਿੰਦਾ ਤੇ ਇੱਕਮਿਕ ਹੋ ਜਾਂਦੀ ਹੈ ਗੱਲ। ਸੋ ਭਾਈ ਸਾਹਿਬ ਜੀ ਦੀ ਬਾਣੀ ਦਾ ਬਹੁਤ ਵੱਡਾ ਰੁਤਬਾ। ਕਾਸ਼ੀ ਦੇ ਪੰਡਤਾਂ ਨੂੰ ਭਾਈ ਸਾਹਿਬ ਜੀ ਨੇ ਐਸਾ ਉਪਦੇਸ਼ ਦਿੱਤਾ, ਉਹ ਵੀ ਕਿਰਤ ਹੋ ਗਏ, ਨਿਹਾਲ ਹੋ ਗਏ। ਵੈਸੇ ਕਾਸ਼ੀ ਦੇ ਪੰਡਤ ਇਤਨੇ ਵਿਦਵਾਨ ਹਨ ਵੀ ਵਾਲ ਦੀ ਖੱਲ ਲਾ ਦਿੰਦੇ, ਕਿਸੇ ਦੀ ਗੱਲ ਮੰਨਦੇ ਨਹੀਂ। ਭਾਈ ਸਾਹਿਬ ਦੀ ਗੱਲ ਤੋਂ ਪ੍ਰਭਾਵਿਤ ਹੋਏ ਤੇ ਅੱਗੇ ਉਹਨਾਂ ਦੇ ਨਾਲ ਕਥਾ ਆਉਣੀ ਹੈ ਵੀ 700 ਪੰਡਤ ਭਾਈ ਸਾਹਿਬ ਦੇ ਨਾਲ ਅੰਮ੍ਰਿਤਸਰ ਆਏ ਸੀ। ਆਉਣ ਨੂੰ ਤਾਂ ਸਾਰਾ ਸ਼ਹਿਰ ਹੀ ਤਿਆਰ ਸੀ, ਭਾਈ ਸਾਹਿਬ ਨੇ ਰੋਕਿਆ। ਮੱਲੋ ਮੱਲੀ ਵੀ 700 ਨਾਲ ਆ ਗਏ ਸਨ। ਅੰਮ੍ਰਿਤਸਰ ਆ ਕੇ ਉਹਨਾਂ ਨੇ ਸਿੱਖੀ ਧਾਰਨ ਕੀਤੀ, 6ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ। ਇੱਥੋਂ ਅੰਦਾਜ਼ਾ ਲਾ ਲਓ ਅੱਜ ਸਾਡੇ ਵਰਗੇ ਪ੍ਰਚਾਰਕ ਬੜਾ ਧੂਆਂਧਾਰ ਪ੍ਰਚਾਰ ਸਟੇਜਾਂ 'ਤੇ ਕਰਦੇ, ਸਾਡੇ ਕੋਲ ਮੀਡੀਆ ਵੀ ਬੜਾ ਹੈ, ਪਰ ਸਾਡੇ ਆਖਿਆ ਸਾਡੇ ਘਰ ਦੇ ਨਹੀਂ ਸਿੱਖ ਬਣਦੇ। ਹੋਰ ਤਾਂ ਕਿਸੇ ਨੇ ਕੀ ਬਣਨਾ। ਸਾਡੇ ਤਾਂ ਮਤਲਬ ਗੁਆਂਢੀ ਆਲੇ ਦੁਆਲੇ ਵਾਲੇ ਵੀ ਕਹਿੰਦੇ ਆ ਵੀ ਇਹ ਕੀ ਹੈ। ਉਹਨਾਂ ਦੀ ਕਿਹੋ ਜਿਹੀ ਸ਼ਖਸੀਅਤ ਸੀ ਵੀ ਉਹ ਕਾਸ਼ੀ ਦੇ ਵਿੱਚ ਜਾ ਕੇ ਹਜ਼ਾਰਾਂ ਨੂੰ ਸਿੱਖ ਬਣਾਤਾ। ਧੰਨ ਭਾਈ ਸਾਹਿਬ ਭਾਈ ਗੁਰਦਾਸ ਜੀ ਹਨ। ਨਮਸਕਾਰ ਹੈ ਉਹਨਾਂ ਦੇ ਚਰਨਾਂ 'ਤੇ। ਆਓ ਉਹਨਾਂ ਦੀ ਕਥਾ ਸੁਣੀਏ ਪਿਆਰ ਨਾਲ। ਉਹਨਾਂ ਦੇ ਅੰਦਰ ਗੁਰੂ ਦਾ ਪਿਆਰ ਕਿੰਨਾ ਸੀ। ਅੱਜ ਦੀ ਕਥਾ 'ਚ ਪ੍ਰਸੰਗ ਆਵੇਗਾ। ਮਹਾਰਾਜ ਦੇ ਚਰਨਾਂ 'ਚ ਸੁਰਤੀ ਜੋੜੋ ਸਾਰੀ ਸੰਗਤ, ਪਿਆਰ ਵਿੱਚ ਆ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਅਖਿਆਨ ਸੁਣਿਓ ਕਾਸ਼ੀਸ਼। ਕਾਸ਼ੀ ਦੇ ਰਾਜੇ ਔਰ ਕਾਸ਼ੀ ਦੇ ਪੰਡਤਾਂ ਨੇ ਭਾਈ ਸਾਹਿਬ ਦੇ ਉਪਦੇਸ਼ ਸੁਣੇ ਹਨ। ਵਾਹਿਗੁਰੂ ਮੰਤਰ ਦੀ ਵਿਆਖਿਆ ਸੁਣੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਸੁਣੀ ਹੈ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ ਸੁਣੀ। ਸਾਧ ਸੰਗਤ ਜੀ, ਗੁਰੂ ਘਰ ਦੀਆਂ ਸਾਰੀਆਂ ਹੀ ਵਿਰਾਸਤਾਂ ਬੜੀਆਂ ਮਹਾਨ ਹਨ, ਪਰ ਸਭ ਤੋਂ ਉੱਪਰ ਜਿਹੜੀ ਚੀਜ਼ ਹੈ ਉਹ ਵਾਹਿਗੁਰੂ ਮੰਤਰ ਹੈ, ਫਿਰ ਗੁਰਬਾਣੀ ਹੈ, ਫਿਰ ਸ੍ਰੀ ਹਰਿਮੰਦਰ ਸਾਹਿਬ ਹੈ। ਇਹ ਚੀਜ਼ਾਂ ਦਾ ਆਪਸ 'ਚ ਬੜਾ ਵੱਡਾ ਮੇਲ ਹੈ। ਇਹਨਾਂ ਤੁਸੀਂ ਇੱਕ ਨੂੰ ਵੀ ਛੱਡ ਦਿਓਗੇ ਸਿੱਖੀ ਤੋਂ ਟੁੱਟ ਜਾਓਗੇ। ਵਾਹਿਗੁਰੂ ਮੰਤਰ ਤੋਂ ਬਿਨਾਂ ਵੀ ਬੇੜਾ ਪਾਰ ਨਹੀਂ ਲੰਘਣਾ, ਤੇ ਗੁਰਬਾਣੀ ਤੋਂ ਬਿਨਾਂ ਵਾਹਿਗੁਰੂ ਮੰਤਰ ਦੀ ਮਹਿਮਾ ਨਹੀਂ ਪਤਾ ਲੱਗਣੀ। ਤੇ ਗੁਰਬਾਣੀ ਦਾ ਪ੍ਰਕਾਸ਼ ਕਿੱਥੇ ਕਰੋਗੇ? ਗੁਰਬਾਣੀ ਦਾ ਪ੍ਰਕਾਸ਼ ਹਰਿਮੰਦਰ ਸਾਹਿਬ 'ਚ ਹੈ। ਇਸ ਕਰਕੇ ਇਹ ਚੀਜ਼ਾਂ ਆਪਸ ਵਿੱਚ ਬੜਾ ਇਹਨਾਂ ਦਾ ਰਿਸ਼ਤਾ ਹੈ। ਜਦੋਂ ਕੋਈ ਇਹਨਾਂ ਚੀਜ਼ਾਂ ਤੋਂ ਟੁੱਟੇਗਾ ਉਹ ਸਿੱਖੀ ਤੋਂ ਟੁੱਟ ਜਾਏਗਾ। ਸੋ ਭਾਈ ਸਾਹਿਬ ਜੀ ਨੇ ਇਹਨਾਂ ਗੱਲਾਂ ਉੱਤੇ ਜ਼ੋਰ ਦਿੱਤਾ, ਕਾਸ਼ੀ ਦੇ ਪੰਡਤਾਂ ਨੂੰ ਉਪਦੇਸ਼ ਦਿੱਤਾ। ਤੇ ਜਦੋਂ ਉਹਨਾਂ ਨੇ ਇਹ ਉਪਦੇਸ਼ ਸੁਣਿਆ, ਕ੍ਰਿਤ ਭਏ ਚਰਨ ਧਰ ਸੀਸ। ਉਹ ਨਿਹਾਲ ਹੋ ਗਏ, ਕਿਰਤ ਹੋ ਗਏ, ਪ੍ਰਸੰਨ ਹੋ ਗਏ, ਰੋਮ ਖੁਸ਼ ਹੋ ਗਿਆ। ਕੋਈ ਮਹਾਂਪੁਰਸ਼ ਮਿਲੇ ਤੇ ਸਾਡੇ ਮਨ ਦਾ ਸ਼ੰਕਾ ਮੇਟ ਦੇਵੇ ਤੇ ਮਨ ਨੂੰ ਆਨੰਦ ਆਉਂਦਾ, ਖੁਸ਼ੀ ਮਿਲਦੀ ਹੈ। ਭਾਈ ਸਾਹਿਬ ਦੇ ਬਚਨਾਂ ਦੇ ਨਾਲ ਪੰਡਤਾਂ ਦਾ ਮਨ ਬੜਾ ਗਦਗਦ ਹੋਇਆ, ਬੜੇ ਪ੍ਰਸੰਨ ਹੋਏ। ਧੰਨ ਧੰਨ ਕਹਿ ਭਾਗ ਸਰਾਹਾ। ਕਾਸ਼ੀ ਦੇ ਪੰਡਤ ਕਹਿੰਦੇ ਧੰਨ ਸਾਡੇ ਭਾਗ ਵੀ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ। ਕਾਸ਼ੀ ਦੇ ਪੰਡਤ ਕਹਿੰਦੇ ਸਾਡੇ ਧੰਨ ਭਾਗ ਹਨ ਵੀ ਭਾਈ ਸਾਹਿਬ ਜੀ ਤੁਸੀਂ ਸਾਡੇ ਕੋਲ ਆਏ ਹੋ, ਸਾਨੂੰ ਸੋਝੀ ਦਿੱਤੀ ਹੈ, ਸਾਨੂੰ ਗਿਆਨ ਦਿੱਤਾ ਹੈ। ਗੋਪ ਕਥਾ ਬਰਨੀ ਮੁਨ ਨਾਹਾ। ਇਹ ਮਹਾਂਪੁਰਸ਼ੋ, ਤੁਸੀਂ ਗੁਪਤ ਕਥਾ ਸੀ ਜਿਹੜੀ ਉਹ ਵੀ ਦੱਸ ਦਿੱਤੀ, ਜਿਹੜੀ ਵੇਦਾਂ ਸ਼ਾਸਤਰਾਂ ਪੁਰਾਣਾਂ 'ਚ ਵੀ ਸਾਨੂੰ ਨਹੀਂ ਲੱਭੀ ਗੱਲ, ਉਹ ਤੁਸੀਂ ਦੱਸੀ। ਸਾਧ ਸੰਗਤ ਜੀ, ਭਾਈ ਰਤਨ ਸਿੰਘ ਭੰਗੂ ਜੀ ਨੇ ਬੜੇ ਸੁੰਦਰ ਬਚਨ ਲਿਖੇ ਪੰਥ ਪ੍ਰਕਾਸ਼ ਵਿੱਚ। ਉਹ ਕਹਿੰਦੇ ਸਿਮਰਤ ਵੇਦ ਪੁਰਾਣ ਸਭ ਕੰਚਨ ਕੇ ਚੇਰ, ਅਨੁਭਵ ਪਾਰਸ ਕੀ ਕਣੀ ਕੰਚਨ ਕਰੈ ਸੁਮੇਰ।
ਜਿੰਨੀ ਦੁਨੀਆ 'ਤੇ ਬਾਣੀ ਹੈ, ਜਿੰਨੇ ਗ੍ਰੰਥ ਹਨ, ਜਿੰਨੀਆਂ ਪੋਥੀਆਂ ਹਨ, ਬਹੁਤ ਹੀ ਸਤਿਕਾਰਯੋਗ ਹਨ, ਪਰ ਮਾਇਆ ਵਿੱਚੋਂ ਆਉਂਦੀਆਂ ਹਨ। ਕਾਗਜ਼ ਵੀ ਮਾਇਆ ਨਾਲ ਲਾਓਗੇ, ਸਿਆਹੀ ਵੀ ਮਾਇਆ ਨਾਲ, ਕਲਮ ਵੀ ਮਾਇਆ ਨਾਲ, ਅਤੇ ਛਾਪਾਖਾਨਾ ਲਾਓਗੇ ਤਾਂ ਵੀ ਛਪਵਾਓਗੇ, ਤਾਂ ਵੀ ਕੰਪਿਊਟਰ 'ਤੇ ਲਿਖੋਗੇ, ਤਾਂ ਵੀ ਮਾਇਆ ਤਾਂ ਚਾਹੀਦੀ ਹੈ ਨਾ। ਮਾਇਆ ਦੀ ਖੇਡ ਹੈ। ਕਹਿੰਦੇ ਇੱਕ ਅਨੁਭਵ ਹੈ ਜਿਹੜਾ ਮਾਇਆ ਨਾਲ ਨਹੀਂ ਆਉਂਦਾ। ਆਖੋ ਸ੍ਰੀ ਵਾਹਿਗੁਰੂ। ਅਨੁਭਵ ਜਿਹਨੂੰ ਫੀਲਿੰਗ ਕਹਿ ਲਓ, ਅਹਿਸਾਸ ਕਹਿ ਲਓ, ਉਹ ਮਾਇਆ ਨਾਲ ਨਹੀਂ ਆਉਂਦਾ, ਉਹ ਕਿਰਪਾ ਨਾਲ ਆਉਂਦਾ। ਔਰ ਜਦੋਂ ਉਹ ਆਉਂਦਾ ਉਹਦੇ ਵਿੱਚੋਂ ਵੇਦ ਨਿਕਲਦੇ ਨੇ, ਉਹਦੇ ਵਿੱਚੋਂ ਸ਼ਾਸਤਰ ਨਿਕਲਦੇ ਨੇ, ਉਹਦੇ ਵਿੱਚੋਂ ਗ੍ਰੰਥ ਨਿਕਲਦੇ ਨੇ, ਉਹਦੇ ਵਿੱਚੋਂ ਕਥਾ ਨਿਕਲਦੀ ਹੈ। ਗੁਰੂ ਗ੍ਰੰਥ ਸਾਹਿਬ 'ਚ ਇੱਕ ਸਵਾਲ ਆਇਆ, ਵੇਦ ਬੜਾ ਕਿ ਜਹਾਂ ਤੇ ਆਇਆ। ਕਹਿੰਦੇ ਵੇਦ ਵੱਡਾ ਹੈ ਕਿ ਜਿੱਥੋਂ ਵੇਦ ਆਇਆ ਉਹ ਜਗ੍ਹਾ ਵੱਡੀ ਹੈ। ਤੇ ਜਵਾਬ ਇਹ ਹੈ ਵੀ ਜਿੱਥੋਂ ਵੇਦ ਆਇਆ ਉਹ ਜਗ੍ਹਾ ਵੱਡੀ ਹੈ। ਉਹ ਜਗ੍ਹਾ ਕਿਹੜੀ ਹੈ? ਉਹ ਉਹਨਾਂ ਮਹਾਂਪੁਰਸ਼ਾਂ ਦਾ, ਰਿਸ਼ੀਆਂ ਦਾ, ਸਾਧੂਆਂ ਦਾ ਜਿਹੜਾ ਅਨੁਭਵ ਹੈ ਨਾ, ਜਿਵੇਂ ਉਦਾਲਕ ਮੁਨੀ ਨੇ, ਪਰਾਸਰ ਮੁਨੀ ਨੇ, ਵਸ਼ਿਸ਼ਟ ਮੁਨੀ ਨੇ, ਜਿਨ੍ਹਾਂ ਨੇ ਵੇਦਾਂ 'ਚ ਮੰਤਰ ਜਿਨ੍ਹਾਂ ਦੇ ਲਿਖੇ ਹੋਏ ਨੇ, ਉਹ ਜਿਹੜੇ ਮਹਾਂਪੁਰਸ਼ ਹੋਏ ਨੇ ਉਹਨਾਂ ਦਾ ਅਨੁਭਵ ਵੱਡਾ, ਉੱਥੋਂ ਚੀਜ਼ ਆਈ ਹੈ। ਜੇ ਉਹਨਾਂ ਨੇ ਕੁਝ ਮਹਿਸੂਸ ਕੀਤਾ, ਪਰਮਾਤਮਾ ਬਾਰੇ, ਬ੍ਰਹਮ ਬਾਰੇ ਜਾਣਿਆ, ਤੇ ਉਹਨਾਂ ਨੇ ਵੇਦ ਲਿਖ ਦਿੱਤੇ। ਇਸ ਕਰਕੇ ਸਭ ਤੋਂ ਵੱਡੀ ਚੀਜ਼ ਕਿਹੜੀ ਹੁੰਦੀ ਹੈ? ਬ੍ਰਹਮ ਗਿਆਨੀ ਸਾਧੂ ਦਾ ਹਿਰਦਾ। ਆਖੋ ਸ੍ਰੀ ਵਾਹਿਗੁਰੂ। ਜਿੰਨਾ ਗਿਆਨ ਹੈ, ਜਿੰਨਾ ਧਰਮ ਹੈ, ਜਿੰਨੀ ਅਧਿਆਤਮਿਕਤਾ ਹੈ ਦੁਨੀਆ ਵਿੱਚ, ਕਿਸੇ ਨਾ ਕਿਸੇ ਸਾਧੂ ਦੇ ਹਿਰਦੇ 'ਚੋਂ ਪ੍ਰਗਟ ਹੋਈ ਹੈ। ਤੋ ਉਹ ਕੀ ਕਹਿੰਦੇ ਨੇ ਕਾਂਸੀ ਦੇ ਪੰਡਤ? ਕਹਿੰਦੇ ਅਸੀਂ ਵੇਦ ਪੁਰਾਣ ਪੜ੍ਹੇ ਸਾਰੇ, ਪਰ ਜਿਹੜੀ ਗੱਲ ਅੱਜ ਬਣੀ ਹੈ ਉਹ ਪੜ੍ਹ ਕੇ ਵੀ ਨਹੀਂ ਬਣੀ। ਕਿਉਂਕਿ ਪੂਰਨ ਪੁਰਸ਼ ਮਹਾਂਪੁਰਸ਼ ਭਾਈ ਗੁਰਦਾਸ ਜੀ, ਤੁਸੀਂ ਸਾਡੇ ਕੋਲ ਆਏ ਹੋ, ਜਿਹੜਾ ਬਚਨ ਤੁਸੀਂ ਸਾਨੂੰ ਦੱਸਿਆ ਉਹਨੇ ਸਾਡੇ ਸ਼ੰਕੇ ਮੇਟ ਦਿੱਤੇ ਹਨ। ਜੈ ਗੁਰਦਾਸ ਵਿਮਲ ਮਤ ਗਿਆਨੀ। ਮਹਾਨ ਨਿਰਮਲ ਬੁੱਧੀ ਆਪ ਜੀ ਦੀ। ਭਾਈ ਗੁਰਦਾਸ ਜੀ ਤੁਹਾਡੀ ਜੈ ਹੋਵੇ। ਜੈਕਾਰਾ ਲਾਇਆ ਉਹਨਾਂ ਨੇ ਭਾਈ ਸਾਹਿਬ ਦੇ ਨਾਮ ਦਾ। ਹਾਂਜੀ। ਅਬ ਹਮਰੇ ਮਨ ਨਿਸ਼ਚੈ ਠਾਨੀ। ਪੰਡਤ ਕਹਿਣ ਲੱਗੇ ਹੁਣ ਸਾਡੇ ਮਨ 'ਚ ਨਿਸ਼ਚਾ ਹੋ ਗਿਆ ਵੀ ਗੁਰੂ ਨਾਨਕ ਸਾਹਿਬ ਦਾ ਮਤ ਸਭ ਤੋਂ ਉੱਤਮ ਹੈ, ਸ੍ਰੇਸ਼ਟ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਵਾਹਿਗੁਰੂ ਮੰਤਰ ਅਤੇ ਸ੍ਰੀ ਅੰਮ੍ਰਿਤਸਰ ਸਰੋਵਰ ਉੱਤੇ ਹੁਣ ਸਾਨੂੰ ਕੋਈ ਸ਼ੰਕਾ ਨਹੀਂ ਰਿਹਾ। ਤੁਮ ਤੇ ਸੰਸ਼ਯ ਗਇਓ ਹਮਾਰਾ। ਤੁਹਾਡੀ ਕਿਰਪਾ ਨਾਲ ਭਾਈ ਸਾਹਿਬ ਜੀ ਸਾਡੇ ਮਨ ਦਾ ਸੰਸਾ ਮਿਟ ਗਿਆ ਹੈ। ਉਤਰ ਗਿਆ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ। ਸਾਧ ਸੰਗਤ ਜੀ, ਪਹਿਲੀ ਗੱਲ ਤੇ ਸਿੱਖ ਨੂੰ ਸੰਸਾ ਹੋਣਾ ਹੀ ਨਹੀਂ ਚਾਹੀਦਾ, ਕਿਉਂਕਿ ਵਿਦਵਾਨ ਬੋਲੀ ਜਿਹੜੀ ਮਹਾਂਪੁਰਸ਼ਾਂ ਸਾਧੂਆਂ ਦੀ ਹੈ ਉਹਦੇ ਵਿੱਚ ਸ਼ੰਕਾ ਬੜਾ ਮਾੜਾ ਸਮਝਿਆ ਜਾਂਦਾ। ਜਿਵੇਂ ਆਪਾਂ ਕਹਿੰਦੇ ਨਾ, ਬੱਚੇ ਸਕੂਲ 'ਚ ਟੀਚਰ ਨੂੰ, ਟੀਚਰ ਮੈਂ 1 ਨੰਬਰ ਜਾਣਾ, ਜੇ ਪਿਸ਼ਾਬ ਕਰਨ ਜਾਣਾ ਹੋਵੇ ਕਹਿੰਦੇ 1 ਨੰਬਰ, ਜੇ ਦੂਜਾ 2 ਨੰਬਰ। ਤੇ ਸਾਧ ਸੰਗਤ ਜੀ, ਸਾਧੂ ਪਤਾ ਕੀ ਕਹਿੰਦੇ ਨੇ? ਲਘੂ ਸ਼ੰਕਾ, ਛੋਟਾ ਸ਼ੰਕਾ 1 ਨੰਬਰ ਨੂੰ, ਤੇ 2 ਨੰਬਰ ਨੂੰ ਕਹਿੰਦੇ ਨੇ ਦੀਰਘ ਸ਼ੰਕਾ, ਵੱਡਾ ਸ਼ੰਕਾ। ਯਾਨੀ ਗੰਦਗੀ, ਸ਼ੰਕਾ ਇੱਕੋ ਹੀ ਚੀਜ਼ ਹੈ। ਜਿਹੜਾ 1 ਨੰਬਰ ਹੈ ਜਾਂ 2 ਨੰਬਰ ਹੈ ਉਹ ਸਾਡੇ ਸਰੀਰ ਦੀ ਗੰਦਗੀ ਹੈ, ਖਾਧੇ ਪੀਤੇ ਦੀ ਵੇਸਟ ਹੈ। ਤੇ ਜਿਹੜਾ ਸ਼ੰਕਾ ਕਰਨਾ, ਕਿੰਤੂ ਪਰੰਤੂ ਕਰਨਾ, ਉਹ ਸਾਡੇ ਦਿਮਾਗ ਦੀ ਗੰਦਗੀ ਹੈ, ਉਹ ਸਾਡੇ ਮਨ ਦੀ ਮੈਲ ਹੈ। ਮਨ ਵਿੱਚ ਹੀ ਸ਼ੰਕਾ ਪੈਦਾ ਹੁੰਦਾ ਨਾ। ਤੇ ਭਾਈ ਸਾਹਿਬ ਤੁਸੀਂ ਸ਼ੰਕਾ ਕੱਢ ਦਿੱਤਾ, ਸਾਡੇ ਅੰਦਰ ਸ਼ੰਕਾ ਹੀ ਨਹੀਂ ਰਿਹਾ, ਸਾਡੇ ਮਨ ਦੀ ਮੈਲ ਉਤਰ ਗਈ ਹੈ। ਬਿਬਦ ਬੇਦ ਬਿਦ ਕੀਓ ਉਚਾਰਾ। ਆਪ ਜੀ ਨੇ ਸਾਨੂੰ ਇਹੋ ਜਿਹੇ ਤਰੀਕੇ ਨਾਲ ਗਿਆਨ ਦਿੱਤਾ ਹੈ, ਇਸ ਤਰੀਕੇ ਨਾਲ ਸਮਝਾਇਆ ਹੈ ਵੀ ਗੁਰੂ ਕੀ ਬਾਣੀ ਉੱਤੇ, ਵਾਹਿਗੁਰੂ ਮੰਤਰ ਉੱਤੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਅਸੀਂ ਕਦੀ ਕਿੰਤੂ ਨਹੀਂ ਕਰਾਂਗੇ। ਸਭ ਬੰਧਨ ਕਰ ਸਦਨ ਸਿਧਾਰੇ। ਸਾਰੇ ਪੰਡਤ ਭਾਈ ਸਾਹਿਬ ਦੇ ਪੈਰੀ ਢਹਿ ਪਏ। ਭਾਈ ਗੁਰਦਾਸ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਪਣੇ ਘਰਾਂ ਨੂੰ ਗਏ ਹਨ। ਵੀ ਮਹਿਮਾ ਗੁਰਦਾਸ ਉਦਾਰੇ। ਸਾਧ ਸੰਗਤ ਜੀ, ਕਾਂਸ਼ੀ ਸ਼ਹਿਰ ਦੇ ਵਿੱਚ ਭਾਈ ਸਾਹਿਬ ਗੁਰਦਾਸ ਜੀ ਦੀ ਬਹੁਤ ਮਹਿਮਾ ਪਸਰ ਗਈ। ਘਰ ਘਰ ਵਿੱਚ ਭਾਈ ਸਾਹਿਬ ਦੇ ਨਾਮ ਦਾ ਡੰਕਾ ਵੱਜਿਆ।
ਕਿਉਂਕਿ ਪੰਡਤ ਲੋਕ ਜਿਹੜੇ ਨੇ ਨਾ ਉਹ ਵਿਦਵਤਾ ਨੂੰ ਬਹੁਤ ਮੰਨਦੇ, ਹਰ ਇੱਕ ਬੰਦੇ ਨੂੰ ਉੱਥੇ ਖੜਨ ਨਹੀਂ ਦਿੰਦੇ ਉਹ, ਤੇ ਜੇ ਕੋਈ ਵਿਦਵਾਨ ਹੋਵੇ ਉਹਦਾ ਸਤਿਕਾਰ ਵੀ ਬੜਾ ਕਰਦੇ, ਇੱਜ਼ਤ ਵੀ ਬੜੀ ਕਰਦੇ। ਸੋ ਕਾਸ਼ੀ ਦੇ ਪੰਡਤਾਂ ਨੇ ਭਾਈ ਸਾਹਿਬ ਦੀ ਬਹੁਤ ਇੱਜ਼ਤ ਕੀਤੀ ਹੈ। ਇਕ ਤੋ ਨ੍ਰਿਪ ਕੋ ਗੁਰ ਬਨ ਗਇਓ। ਇੱਕ ਤਾਂ ਭਾਈ ਸਾਹਿਬ ਜੀ ਕਾਸ਼ੀ ਦੇ ਰਾਜੇ ਦੇ ਵੀ ਗੁਰੂ ਬਣ ਗਏ। ਕਾਸ਼ੀ ਦਾ ਰਾਜਾ ਭਾਈ ਸਾਹਿਬ ਦਾ ਪੱਕਾ ਸ਼ਿਸ਼ ਬਣ ਗਿਆ। ਅਜੇ ਵੀ ਉਹਦਾ ਮਹਿਲ, ਸਾਧ ਸੰਗਤ ਜੀ ਤੁਸੀਂ ਕਦੀ ਕਾਸ਼ੀ ਜਾਓ ਨਾ, ਨਦੀ ਦੇ ਗੰਗਾ ਦੇ ਪਰਲੇ ਪਾਸੇ ਉਹਦਾ ਬਹੁਤ ਵੱਡਾ ਨਦੀ ਦੇ ਉੱਤੇ ਕਿਲ੍ਹਾ ਹੈ, ਕਿਲ੍ਹੇ ਵਰਗਾ ਮਹਿਲ ਹੈ। ਉਹਦੇ 'ਚ ਅੱਜ ਕੱਲ੍ਹ ਸਰਕਾਰ ਨੇ ਮਿਊਜ਼ੀਅਮ ਬਣਾਏ ਹੋਏ, ਸ਼ਸਤਰਾਂ ਦੇ ਹੋਰ ਚੀਜ਼ਾਂ ਉਹਦੇ 'ਚ ਰੱਖੀਆਂ ਹੋਈਆਂ, ਪੁਰਾਣੀਆਂ ਜਿਹੜੀਆਂ ਰਾਜਿਆਂ ਦੀਆਂ। ਅਤੇ ਇੱਕ ਜਗ੍ਹਾ ਉਹਦੇ 'ਚ ਇਹੋ ਜਿਹੀ ਹੈ ਜਿੱਥੇ ਭਾਈ ਸਾਹਿਬ ਗੁਰਦਾਸ ਜੀ ਕਥਾ ਕਰਦੇ ਸੀ। ਉਹਦੇ ਵਿੱਚ ਉਹਨਾਂ ਨੇ ਸੇਫਟੀ ਰੱਖੀ ਹੋਈ ਹੈ, ਉੱਥੇ ਕਿਸੇ ਨੂੰ ਜਾਣ ਤਾਂ ਨਹੀਂ ਦਿੰਦੇ, ਪਰ ਉਹ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ। ਅਤੇ ਸਰਕਾਰੀ ਤੌਰ 'ਤੇ ਇੱਕ ਬੰਦੇ ਦੀ ਡਿਊਟੀ ਹੈ ਵੀ ਮਹਾਰਾਜ ਦਾ ਪ੍ਰਕਾਸ਼ ਅਤੇ ਸੁਖਾਸਨ ਉਹਨੂੰ ਤਨਖਾਹ ਮਿਲਦੀ। ਅਜੇ ਤੱਕ ਰਾਜੇ ਦੇ ਮਹਿਲ ਦੀ ਮਰਿਆਦਾ ਹੈ, ਜਿੱਥੇ ਭਾਈ ਸਾਹਿਬ ਜੀ ਬਹਿ ਕੇ ਭਾਈ ਗੁਰਦਾਸ ਜੀ ਕਥਾ ਕਰਦੇ ਸੀ ਨਾ, ਅੱਜ ਵੀ ਉਹ ਥਾਂ ਪੂਜਨੀਕ ਹੈ ਕਾਸ਼ੀ ਦੇ ਵਿੱਚ, ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ। ਹਾਂਜੀ। ਅਰ ਨਰ ਕੋ ਗਨ ਸਿੱਖ ਸੋ ਭਇਓ। ਔਰ ਜਦੋਂ ਕਾਸ਼ੀ ਦਾ ਰਾਜਾ ਵੀ ਸਿੱਖ ਬਣ ਗਿਆ ਤੇ ਪ੍ਰਜਾ ਤੇ ਆਪੇ ਹੀ ਸਿੱਖ ਬਣ ਜਾਂਦੀ। ਜਥਾ ਰਾਜਾ ਤਥਾ ਪ੍ਰਜਾ। ਜਿਹੜੇ ਧਰਮ ਨੂੰ ਰਾਜਾ ਮੰਨੇਗਾ ਨਾ, ਉਸੇ ਧਰਮ ਨੂੰ ਬਾਕੀ ਲੋਕ ਮੰਨਣ ਲੱਗ ਜਾਂਦੇ, ਦੇਖਾ ਦੇਖੀ। ਤੇ ਭਾਈ ਸਾਹਿਬ ਦੀ ਵਿਦਵਤਾ ਦਾ ਐਸਾ ਪ੍ਰਭਾਵ ਪਿਆ ਵੀ ਕਾਸ਼ੀ ਦੇ ਪੰਡਤ ਵੀ ਸਿੱਖ ਬਣ ਗਏ ਤੇ ਰਾਜਾ ਵੀ ਸਿੱਖ ਬਣ ਗਿਆ। ਸਰਬਪੁਰੀ ਜਸ ਇਸ ਕੋ ਕਰੈ। ਸਾਰੀ ਕਾਸ਼ੀ ਬਨਾਰਸ ਭਾਈ ਗੁਰਦਾਸ ਦਾ ਜਸ ਕਰਦੀ, ਕਿਉਂਕਿ ਉਹ ਲੋਕ ਧਾਰਮਿਕ ਹਨ। ਉੱਥੇ ਤੁਸੀਂ ਜਾਓ ਨਾ, ਗਲੀ ਗਲੀ ਦੇ ਵਿੱਚ 5000 ਤੋਂ ਜ਼ਿਆਦਾ ਮੰਦਰ ਹੈ। ਉੱਥੇ ਗਲੀ ਗਲੀ 'ਚ ਮੰਦਰ ਬਣਿਆ, ਹਰ ਮੋੜ 'ਤੇ 3-3 4-4 ਮੰਦਰ। ਕੰਧਾਂ ਦੇ ਨਾਲ ਉਹਨਾਂ ਨੇ ਸਪੋਰਟਾਂ ਲਾ ਕੇ ਉੱਤੇ ਮੰਦਰ ਬਣਾਏ, ਉਹਦੇ 'ਚ ਬਹਿ ਕੇ 1-2 ਬੰਦੇ ਪੂਜਾ ਕਰਦੇ। ਧਾਰਮਿਕ ਮਾਹੌਲ ਹੈ। ਅਤੇ ਜੇ ਕੋਈ ਚੰਗਾ ਬੰਦਾ ਆਵੇ ਉਹਦੀ ਇੱਜ਼ਤ ਵੀ ਕਰਦੇ ਆ, ਅਤੇ ਜੇ ਕੋਈ ਉੱਦਾਂ ਹੀ ਮੇਰੇ ਵਰਗਾ ਟਰਪੱਲੀਆਂ ਜੀ ਮਾਰਨ ਵਾਲਾ, ਉਹਨੂੰ 1 ਮਿੰਟ 'ਚ ਪਰੇ ਕਰ ਦਿੰਦੇ ਆ। ਬੜੇ ਪੜ੍ਹੇ ਲਿਖੇ ਵਿਦਵਾਨ ਭਾਈ ਸਾਹਿਬ ਦੀ ਵਿਦਵਤਾ ਤੋਂ ਇੰਨੇ ਪ੍ਰਭਾਵਿਤ ਹੋਏ, ਪੱਕੇ ਹੀ ਸਿੱਖ ਬਣ ਗਏ। ਬੰਦਾ ਚਰਨ ਅਗਰ ਨਰ ਪਰੈ। ਭਾਈ ਸਾਹਿਬ ਜਿੱਧਰ ਜਾਂਦੇ ਨਾ ਗਲੀ 'ਚੋਂ, ਕਾਸ਼ੀ ਦੀਆਂ ਗਲੀਆਂ ਬੜੀਆਂ ਛੋਟੀਆਂ ਛੋਟੀਆਂ, ਇੱਕ ਬੰਦਾ ਇੱਧਰੋਂ ਲੰਘਦਾ ਹੋਵੇ ਤੇ ਅਗਲੇ ਨੂੰ ਪਿੱਛੇ ਨੂੰ ਖੜਨਾ ਪੈਂਦਾ, ਦੂਜਾ ਬੰਦਾ ਉੱਥੋਂ ਲੰਘੇ। ਪੁਰਾਣਾ ਸ਼ਹਿਰ ਹੈ, ਕੋਈ ਹਜ਼ਾਰਾਂ ਸਾਲ। ਭਾਈ ਸਾਹਿਬ ਜਿਹੜੀ ਗਲੀ 'ਚੋਂ ਲੰਘਦੇ ਨਾ, ਲੋਕ ਲੰਮੇ ਪੈ ਕੇ ਮੱਥਾ ਟੇਕਦੇ, ਮਹਾਂਪੁਰਸ਼ ਜਾ ਰਹੇ, ਸੰਤ ਜੀ ਜਾ ਰਹੇ। ਹਾਂਜੀ। ਗੁਰੂ ਗੁਰੂ ਸਭ ਨਾਮ ਉਚਾਰੈ। ਕਾਸ਼ੀ ਬਨਾਰਸ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਦਾ ਨਾਮ ਬੋਲਣ ਲੱਗ ਪਿਆ। ਵਾਹਿਗੁਰੂ 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 ਜਪਣ ਲੱਗ ਪਏ ਸਾਰੇ। ਮਨ ਭਾਵਤ ਦਰ ਭੇਟ ਅਗਾਰੈ। ਤੇ ਮਨ ਭਾਉਣ ਦੀ ਸ਼ਰਧਾ ਨਾਲ ਭੇਟਾ ਰੱਖਦੇ। ਭਾਈ ਸਾਹਿਬ ਜਦੋਂ ਵੀ ਕਿਸੇ ਗਲੀ 'ਚੋਂ ਬਾਜ਼ਾਰ 'ਚੋਂ ਲੰਘਦੇ ਨਾ, ਲੋਕ ਭਾਈ ਸਾਹਿਬ ਦੇ ਚਰਨਾਂ 'ਚ ਭੇਟਾ ਰੱਖ ਕੇ ਮੱਥਾ ਟੇਕਦੇ। ਕੋਈ ਫੁੱਲ ਕਰਦਾ, ਕੋਈ ਮਾਇਆ ਕਰਦਾ, ਕੋਈ ਬਸਤਰ ਭੇਟਾ ਕਰਦਾ। ਉਹ ਜਿਹੜਾ ਗੁਰਦੁਆਰਾ ਹੈ ਚੇਤਨ ਮੱਠ, ਜਿੱਥੇ ਸਾਧ ਸੰਗਤ ਜੀ ਪਹਿਲਾਂ ਭਾਈ ਸਾਹਿਬ ਗੁਰਦਾਸ ਜੀ ਰਹੇ ਨੇ, ਫਿਰ 5 ਸਿੰਘ 10ਵੇਂ ਪਾਤਸ਼ਾਹ ਨੇ ਜਿਹੜੇ ਭੇਜੇ ਨਿਰਮਲੇ ਸੰਤ, ਉਹ ਵੀ ਉੱਥੇ ਰਹੇ ਨੇ। ਸੋ ਉੱਥੇ ਭਾਈ ਸਾਹਿਬ ਦੀ ਪੂਜਾ ਬਹੁਤ ਹੁੰਦੀ ਹੈ। ਸਭ ਵੇਦ ਸੇਵਾ ਨ੍ਰਿਪ ਕਰਵਾਵੈ। ਕਾਸ਼ੀ ਦਾ ਰਾਜਾ ਭਾਈ ਸਾਹਿਬ ਦੀ ਹਰ ਤਰ੍ਹਾਂ ਨਾਲ ਸੇਵਾ ਕਰਵਾਉਂਦਾ ਹੈ। ਗੁਰੂ ਸ਼ਬਦ ਕੇ ਅਰਥ ਸੁਣਾਵੈ। ਤੇ ਭਾਈ ਸਾਹਿਬ ਗੁਰਬਾਣੀ ਦੀ ਕਥਾ ਕਰਦੇ। ਜਦੋਂ ਭਾਈ ਸਾਹਿਬ ਗੁਰਬਾਣੀ ਦੀ ਕਥਾ ਕਰਦੇ, ਰਾਜਾ ਵੀ ਸੁਣਦਾ, ਉਹਦੇ ਸਾਰੇ ਦਰਬਾਰੀ ਮੰਤਰੀ ਵੀ ਸੁਣਦੇ ਆ, ਰਾਣੀਆਂ ਵੀ ਸੁਣਦੀਆਂ, ਤੇ ਸਾਧ ਸੰਗਤ ਜੀ ਸ਼ਹਿਰ ਦੇ ਸਾਧੂ ਸੰਤ ਮਹਾਤਮਾ ਉਹ ਵੀ ਆ ਕੇ ਸੁਣਦੇ। ਹਾਂਜੀ। ਮਹਿਮਾ ਭਈ ਮਹਾ ਤੇ ਮਹਾ। ਭਾਈ ਗੁਰਦਾਸ ਜੀ ਦੀ ਮਹਾਨ ਮਹਿਮਾ ਪਸਰ ਗਈ। ਇਹੋ ਜਿਹੇ ਪਿਆਰ ਦੇ ਬਚਨ ਕਰਦੇ ਸਨ ਵੀ ਜਦੋਂ ਸਭਾ ਵਿੱਚ ਉਹ ਬੋਲਦੇ ਸਨ, ਕੋਈ ਚਿੜੀ ਵੀ ਨਹੀਂ ਸੀ ਚੂਕ ਸਕਦੀ। ਇੰਨੇ ਸਾਰੇ ਸ਼ਾਂਤ ਹੋ ਕੇ ਉਹਨਾਂ ਦੀ ਬਾਣੀ ਸੁਣਦੇ ਸਨ। ਤਉ ਗੁਰੂ ਦਿਸ ਤੇ ਮੁਖ ਦੁਖ ਲਹਾ। ਬੜੀ ਮਹਿਮਾ ਹੈ, ਪਰ ਮਨ ਦੁਖੀ ਹੈ ਭਾਈ ਸਾਹਿਬ ਗੁਰਦਾਸ ਜੀ ਦਾ। ਕਿਉਂ ਮਨ ਦੁਖੀ ਹੈ? ਵੀ ਮੈਂ ਆਪਣੇ ਸਤਿਗੁਰੂ ਤੋਂ ਬੇਮੁਖ ਹੋ ਕੇ ਆ ਗਿਆ। ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋ ਰਹੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਮਨ ਤੜਫਦਾ ਹੈ। ਬੀਤਿਓ ਚਿਰ ਦਰਸ਼ਨ ਤੇ ਹੀਨ। ਇੰਨਾ ਸਮਾਂ ਹੋ ਗਿਆ ਦਰਸ਼ਨਾਂ ਤੋਂ ਬਿਨਾਂ ਇੱਕ ਘੜੀ ਨਾ ਮਿਲਤੇ ਤਾਂ ਕਾਲਜੁਗ ਹੋਤਾ। ਹੁਣ ਕਦ ਮਿਲੀਐ ਪ੍ਰਿਯ ਤੁਧ ਭਗਵੰਤਾ। ਮੋਹ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ। ਬਿਨ ਦੇਖੇ ਗੁਰ ਦਰਬਾਰੇ ਜੀਓ।
ਇੱਕ ਘੜੀ ਵੀ ਲੰਘਦੀ ਨਹੀਂ ਦਰਸ਼ਨਾਂ ਤੋਂ ਬਿਨਾਂ। ਦਰਫਤ ਚਿਤ ਜਿਮ ਜਲ ਬਿਨ ਮੀਨ। ਭਾਈ ਗੁਰਦਾਸ ਜੀ ਦਾ ਮਨ, ਉਹਨਾਂ ਦਾ ਚਿੱਤ ਇਉਂ ਤੜਫਦਾ ਹੈ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ। ਮੋਏ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ, ਪਾਣੀਆਂ ਬਿਨ ਮੀਨ ਤਲਫੈ, ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ। ਕਹਿੰਦੇ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ ਭਾਈ ਸਾਹਿਬ ਦਾ ਮਨ ਇਉਂ ਤੜਫਦਾ ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ। ਸੁਖਦ ਵਸਤ ਬਹੁ ਮੋਲੀ ਆਵੈ। ਬੜੀਆਂ ਵਧੀਆ ਵਧੀਆ ਆਰਾਮਦਾਇਕ ਚੀਜ਼ਾਂ ਰੋਜ਼ ਆਉਂਦੀਆਂ। ਚੰਗੇ ਤੋਂ ਚੰਗਾ ਬਿਸਤਰਾ, ਚੰਗੇ ਤੋਂ ਚੰਗੇ ਕੱਪੜੇ, ਚੰਗੇ ਤੋਂ ਚੰਗੇ ਕੰਬਲ ਖੇਸ ਰਾਜਾ ਭੇਜਦਾ। ਖਾਣਾ ਵੰਨ ਸਵੰਨਾ ਭਾਈ ਸਾਹਿਬ ਦੇ ਕੋਲ ਹੈ। ਵਧੀਆ 36 ਪ੍ਰਕਾਰ ਦੇ ਭੋਜਨ ਆਉਂਦੇ ਖਾਣ ਨੂੰ। ਰਹਿਣ ਵਾਸਤੇ ਮਕਾਨ ਬੜੇ ਸੋਹਣੇ ਬਣੇ ਹੋਏ ਨੇ। ਜਦੋਂ ਭਾਈ ਸਾਹਿਬ ਕਿਤੇ ਆਉਂਦੇ ਜਾਂਦੇ ਨੇ, ਸਪੈਸ਼ਲ ਪਾਲਕੀ ਮਿਲੀ ਹੋਈ, ਪਾਲਕੀ 'ਚ ਬਹਿ ਕੇ ਰਾਜ ਮਹਿਲ 'ਚ ਜਾਂਦੇ ਨੇ। ਰਸਤੇ 'ਚ ਪੰਡਤ ਮੱਥਾ ਟੇਕਦੇ ਨੇ, ਭਾਈ ਸਾਹਿਬ ਜਾ ਰਹੇ ਨੇ। ਇੰਨੀ ਵਡਿਆਈ ਹੈ, ਇੰਨੀ ਸਹੂਲਤ ਹੈ, ਇੰਨਾ ਸੁੱਖ ਹੈ, ਪਰ ਗੁਰੂ ਕੇ ਸਿੱਖ ਦਾ ਮਨ ਉੱਥੇ ਰੀਝਦਾ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਨ ਨਹੀਂ ਸ਼ਾਂਤ ਹੁੰਦਾ, ਮਨ ਤੜਫਦਾ ਹੈ ਕਿ ਮੇਰੇ ਸਤਿਗੁਰੂ ਦੇ ਦਰਸ਼ਨ ਕਦੋਂ ਹੋਣਗੇ। ਹਾਂਜੀ, ਗੁਰੂ ਬਿਰਹਿ ਕਰਨ ਹੈ ਔਰ ਭਾਵੈ। ਗੁਰੂ ਦਾ ਵਿਛੋੜਾ ਉਹਨਾਂ ਆਰਾਮਦਾਇਕ ਚੀਜ਼ਾਂ ਨੂੰ ਵਰਤੋਂ ਨਹੀਂ ਦਿੰਦਾ। ਬੜੇ ਸੋਹਣੇ ਕੰਬਲ ਖੇਸ, ਰਜਾਈਆਂ ਤੁਲਾਈਆਂ, ਵਧੀਆ ਮਕਾਨ, ਪਾਲਕੀਆਂ ਦੀ ਸਵਾਰੀ, ਖਾਣਾ ਵਧੀਆ ਤੋਂ ਵਧੀਆ, ਪਰ ਭਾਈ ਸਾਹਿਬ ਦਾ ਜੀ ਨਹੀਂ ਕਰਦਾ, ਚੰਗਾ ਨਹੀਂ ਕੁਝ ਲੱਗਦਾ। ਗੁਰੂ ਸਾਹਿਬ ਦੇ ਦਰਸ਼ਨਾਂ ਦੇ ਬਿਨਾਂ ਮਨ ਨੂੰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ। ਹਾਂਜੀ, ਜਿਮ ਚਾਤਰਕ ਇੱਕ ਬੂੰਦ ਚਹੰਤਾ। ਜਿਵੇਂ ਬਬੀਹਾ ਸਾਧ ਸੰਗਤ ਜੀ ਇੱਕ ਬੂੰਦ ਹੀ ਚਾਹੁੰਦਾ, ਸਵਾਂਤੀ ਬੂੰਦ। 7 ਸਮੁੰਦਰ ਭਰੇ ਪਏ, ਬਬੀਹੇ ਦੇ ਕਿਸੇ ਕੰਮ ਦੇ ਨਹੀਂ। ਉਹ ਕਹਿੰਦਾ ਉੱਤੋਂ ਸਵਾਂਤੀ ਬੂੰਦ ਆਏਗੀ, ਮੇਰੀ ਪਿਆਸ ਬੁਝੇਗੀ। ਆਦ ਸਿੰਧ ਨਦ ਨੀਰ ਤਜੰਤਾ। ਸਮੁੰਦਰਾਂ ਦਾ 999 ਨਦੀਆਂ ਦਾ ਪਾਣੀ ਕਿਸੇ ਕੰਮ ਨਹੀਂ। ਖੂਹਾਂ, ਤਲਾਵਾਂ, ਸਰੋਵਰਾਂ, ਝੀਲਾਂ ਦਾ ਪਾਣੀ ਕਿਸੇ ਕੰਮ ਨਹੀਂ, ਕਿਉਂਕਿ ਪਿਆਸ ਤਾਂ ਬੁਝਣੀ ਹੈ ਦਰਸ਼ਨਾਂ ਨਾਲ। ਆਖੋ ਸ੍ਰੀ ਵਾਹਿਗੁਰੂ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਣ ਲਾਲ ਪਿਆਰੇ, ਹਾਂ ਫਿਰੋਂ ਖੋਜੰਤੀਆ। ਤਿਸ 10 ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ, ਇੱਕ ਤਿਲ ਵੀ ਨਾ ਤੀਰੀਜੈ। ਪ੍ਰਭ ਸਿਉ ਮਨ ਲੀਨਾ, ਜਿਉ ਜਲ ਮੀਨਾ, ਚਾਤ੍ਰਿਕ ਜਿਉ ਸੰਤੀਆ। ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆ। ਇਹਦਾ ਸਾਧ ਸੰਗਤ ਜੀ ਭਾਈ ਸਾਹਿਬ ਦੀ ਦਸ਼ਾ ਹੋ ਗਈ ਹੈ। ਜਥਾ ਕੰਤ ਕੇ ਬ੍ਰਿਹ ਕਰ ਤਰਨੀ। ਜਿਵੇਂ ਇੱਕ ਇਸਤਰੀ, ਉਹਦਾ ਪਤੀ ਪਰਦੇਸ ਗਿਆ ਹੋਵੇ ਤੇ ਆਪਣੇ ਪਤੀ ਦੇ ਵਿਛੋੜੇ ਵਿੱਚ ਉਹਨੂੰ 16 ਸ਼ਿੰਗਾਰ ਚੰਗੇ ਨਹੀਂ ਲੱਗਦੇ। ਉਹਨੂੰ ਜਦੋਂ ਪਤੀ ਦੇ ਵਿਛੋੜੇ ਵਿੱਚ ਕੁਝ ਵਧੀਆ ਤੋਂ ਵਧੀਆ ਕੱਪੜੇ ਗਹਿਣੇ ਲਿਆ ਕੇ ਦਈਏ, ਉਹਨੂੰ ਹਾਰ ਸ਼ਿੰਗਾਰ ਦਾ ਸਮਾਨ ਲਿਆ ਕੇ ਦਈਏ, ਖਾਣ ਪੀਣ ਦਾ ਵਧੀਆ ਸਮਾਨ ਲਿਆ ਕੇ ਦਈਏ, ਪਰ ਉਹਦਾ ਪਤੀ ਕੋਲ ਨਾ ਹੋਵੇ, ਉਹ ਸਾਰੇ ਹਾਰ ਸ਼ਿੰਗਾਰ ਉਹਨੂੰ ਵੱਢ ਖਾਣ ਨੂੰ ਪੈਂਦੇ ਆ। ਹਾਂਜੀ, ਦੁਖਦ ਹੋਤ ਜੇ ਸੁਖ ਦਾ ਬਰਨੀ। ਜਿਹੜੀਆਂ ਚੀਜ਼ਾਂ ਸੁੱਖ ਦੇਣ ਵਾਲੀਆਂ ਨੇ ਉਹ ਦੁੱਖ ਦਿੰਦੀਆਂ ਨੇ। ਪੂਰਨਮਾਸ਼ੀ ਦੀ ਰਾਤ ਹੋਵੇ ਤੇ ਕਿਸੇ ਬਿਰਹਣੀ ਇਸਤਰੀ ਨੂੰ ਪੁੱਛੋ ਵੀ ਤੇਰਾ ਮਨ, ਉਹ ਕਹਿੰਦੀ ਸੜ ਰਿਹਾ ਹੈ। ਜੇ ਪਤੀ ਕੋਲ ਹੋਵੇ ਤੇ ਚੰਦਰਮਾ ਸੋਹਣਾ ਲੱਗਦਾ, ਜੇ ਪਤੀ ਦੂਰ ਹੋਵੇ ਤੇ ਉਹ ਜ਼ਿਆਦਾ ਦੁੱਖ ਦਿੰਦਾ। ਹਾਂਜੀ, ਨੀਰ ਨੈਣ ਚਿਤ ਚੈਨ ਨ ਕੈਸੇ। ਉਸ ਪਿਆਰ ਕਰਨ ਵਾਲੀ ਇਸਤਰੀ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਨੇ, ਉਹਨੂੰ ਚੈਨ ਨਹੀਂ ਆਉਂਦਾ। ਇਸੇ ਤਰ੍ਹਾਂ ਭਾਈ ਸਾਹਿਬ, ਭਾਈ ਗੁਰਦਾਸ ਜੀ ਦੀਆਂ ਅੱਖਾਂ ਵਿੱਚ ਹਰ ਵੇਲੇ ਬੈਰਾਗ ਦਾ ਹੀ ਜਲ ਰਿਹਾ, ਛਾਇਆ ਰਹਿੰਦਾ। ਮੈਂ ਨੀਰ ਵਹੇ ਵੈ ਚੱਲੇ ਜੀਓ। ਹਾਂਜੀ, ਦਰਬ ਕ੍ਰਿਪਨ ਕੋ ਬਿਨਸਤ ਜੈਸੇ। ਜਿਵੇਂ ਕਿਸੇ ਕੰਜੂਸ ਬੰਦੇ ਦਾ ਪੈਸਾ ਗੁੰਮ ਜਾਵੇ, ਹੋਵੇ ਬੰਦਾ ਕੰਜੂਸ ਤੇ ਕੌਡੀ ਕੌਡੀ ਜੋੜ ਜੋੜ ਕੇ ਉਹਨੇ ਬਣਾਏ ਹੋਣ ਨੋਟ, ਬੈਂਕ ਬੈਲੈਂਸ,
ਕੋਈ ਭਾਣਾ ਵਰਤ ਜਾਵੇ, ਪੈਸਾ ਚਲਾ ਜਾਵੇ, ਤੇ ਉਹਦੀ ਕੀ ਹਾਲਤ ਹੁੰਦੀ ਹੈ। ਇੱਦਾਂ ਜਦੋਂ ਗੁਰੂ ਦੇ ਸਿੱਖ ਨੂੰ ਗੁਰੂ ਨਾਲੋਂ ਵਿਛੋੜਾ ਪੈ ਜਾਂਦਾ ਨਾ, ਇਉਂ ਦੁਖੀ ਹੁੰਦਾ ਸਿੱਖ। ਹਾਂਜੀ, ਦੁਰਿਓ ਲਹੈ ਸੰਕਟ ਉਰ ਭਾਰੇ। ਉਹ ਫਿਰ ਅੰਦਰੋਂ ਦੁਖੀ ਹੁੰਦਾ ਹੈ, ਸੰਕਟ ਪਾਉਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨਾਂ ਤੋਂ ਬਿਨਾਂ ਇਉਂ ਵਿਆਕੁਲ ਹੋ ਰਹੇ ਨੇ। ਤਬ ਮਨ ਕਰ ਸਤਿਗੁਰੂ ਚਿਤਾਰੇ। ਸਾਧ ਸੰਗਤ ਜੀ ਜਦੋਂ ਇਕੱਲੇ ਹੁੰਦੇ ਨਾ ਭਾਈ ਸਾਹਿਬ, ਜਦੋਂ ਸੰਗਤ 'ਚ ਹੁੰਦੇ ਨੇ ਤੇ ਕਥਾ ਕਰਦੇ ਨੇ, ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਨੇ, ਸੁਣਾਉਂਦੇ ਨੇ, ਗੁਰੂ ਸਾਹਿਬ ਦੇ ਬਚਨ ਸੁਣਾਉਂਦੇ ਨੇ, ਸੰਗਤਾਂ ਸੁਣਦੀਆਂ ਨੇ, ਮਨ ਲੱਗਾ ਰਹਿੰਦਾ। ਜਦੋਂ ਕਦੀ ਭਾਈ ਸਾਹਿਬ ਇਕੱਲੇ ਹੁੰਦੇ ਨੇ, ਆਪਣੇ ਕਮਰੇ 'ਚ ਬਹਿ ਕੇ ਰੋਂਦੇ ਨੇ, ਬੈਰਾਗ ਕਰਦੇ ਨੇ, ਹੇ ਸਤਿਗੁਰੂ ਮੇਰੇ ਮਾੜੇ ਕਰਮ ਵੀ ਮੈਂ ਤੇਰੇ ਚਰਨਾਂ ਤੋਂ ਦੂਰ ਆ ਗਿਆ, ਮੈਨੂੰ ਕਦੋਂ ਦਰਸ਼ਨ ਹੋਣਗੇ, ਕਿਹੜੀ ਘੜੀ ਹੋਵੇਗੀ ਮਹਾਰਾਜ ਕਿ ਮੈਨੂੰ ਆਪ ਤੇ ਦਰਸ਼ਨ ਹੋਣਗੇ। ਇਹ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਬੈਰਾਗ ਕਰਦੇ ਨੇ। ਹੇ ਗੁਰ ਅੰਤਰ ਜਾਮੀ ਸੁਆਮੀ। ਹੇ ਅੰਤਰਜਾਮੀ ਗੁਰੂ ਜੀ, ਹੇ ਸੁਆਮੀ ਜੀ, ਜਾਣੀ ਜਾਣ ਜੀ, ਤੁਸੀਂ ਤੇ ਮੇਰੇ ਦਿਲ ਦੀ ਜਾਣਨ ਵਾਲੇ ਹੋ। ਬਖਸ਼ਤ ਸਦਾ ਸੇਵਕਨ ਖਾਮੀ। ਤੇ ਮਹਾਰਾਜ ਆਪਣੇ ਸੇਵਕਾਂ ਦੀਆਂ ਖਾਮੀਆਂ ਗਲਤੀਆਂ ਤੁਸੀਂ ਬਖਸ਼ਦੇ ਆਏ ਹੋ। ਮਹਾਰਾਜ ਅਸੀਂ ਭੁੱਲਣ ਹਾਰਾਂ ਤੇ ਤੁਸੀਂ ਬਖਸ਼ਣ ਹਾਰੋ। ਪਾਤਸ਼ਾਹ ਜੁਗਾਂ ਜੁਗਾਂ ਤੋਂ ਤੁਹਾਡੀ ਮਰਿਆਦਾ ਹੈ ਕਿ ਤੁਸੀਂ ਆਪਣੇ ਪਿਆਰਿਆਂ ਦੀ, ਆਪਣੇ ਸੇਵਕਾਂ ਦੀਆਂ ਗਲਤੀਆਂ ਮਾਫ ਕਰ ਦਿੰਦੇ ਹੋ। ਦੀਨ ਦਇਆਲ ਗਰੀਬ ਨਿਵਾਜਾ। ਤੁਸੀਂ ਦੀਨਾਂ ਤੇ ਗਰੀਬਾਂ ਤੇ ਦਇਆ ਕਰਨ ਵਾਲੇ ਹੋ, ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਨਾਮ ਕਹੈ ਇਮ ਰੰਕ ਕੇ ਰਾਜਾ। ਹਰ ਗਰੀਬ ਅਮੀਰ, ਰੰਕ ਤੇ ਰਾਜਾ ਤੁਹਾਨੂੰ ਗਰੀਬ ਨਵਾਜ ਕਹਿੰਦੇ ਨੇ। ਤੁਸੀਂ ਗਰੀਬਾਂ ਨੂੰ, ਨਿਮਾਣਿਆਂ ਨੂੰ, ਭੁੱਲਣਹਾਰਾਂ ਨੂੰ, ਪਾਪੀਆਂ ਨੂੰ ਬਖਸ਼ਣ ਹਾਰੇ ਹੋ। ਹਮ ਪਾਪੀ ਪਤਿਤ ਅਪਰਾਧੀ ਗੁਨਾਹਗਾਰ ਤੇ ਸੱਚੇ ਪਾਤਸ਼ਾਹ ਤੁਸੀਂ ਬਖਸ਼ਣਹਾਰ। ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ। ਇਹ ਮਹਾਰਾਜ ਜੀ ਜੇ ਅਸੀਂ ਪਾਪ ਨਾ ਕਰਦੇ ਤੁਹਾਨੂੰ ਪਤਿਤ ਪਾਵਨ ਕੌਣ ਕਹਿੰਦਾ। ਅਸੀਂ ਬਾਰ-ਬਾਰ ਭੁੱਲਦੇ ਹਾਂ, ਬਾਰ-ਬਾਰ ਭੁੱਲਦੇ ਹਾਂ ਤੇ ਤੁਸੀਂ ਬਾਰ-ਬਾਰ ਬਖਸ਼ਦੇ ਹੋ। ਸਿਮਰਨ ਕਰੋ ਹਕਾਰੋ ਮੋਹੀ। ਮਹਾਰਾਜ ਹੁਣ ਮੈਨੂੰ ਯਾਦ ਕਰ ਲਓ, ਮੈਨੂੰ ਬੁਲਾ ਲਓ, ਹੁਣ ਬੜਾ ਚਿਰ ਹੋ ਗਿਆ ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਇੱਥੇ ਪ੍ਰਦੇਸ਼ ਵਿੱਚ ਬੈਠਾ ਹਾਂ। ਕਿਰਪਾ ਕਰੋ ਹੁਣ ਆਪਣੇ ਤੋਂ ਦੂਰ ਨਾ ਕਰੋ ਤੇ ਬੁਲਾ ਲਓ ਮੈਨੂੰ। ਇਉਂ ਭਾਈ ਸਾਹਿਬ ਅੰਦਰੋਂ ਅਰਦਾਸਾਂ ਕਰਦੇ ਹਨ। ਹਾਂਜੀ, ਨਹੀਂ ਆਪ ਤੇ ਆਵਨ ਹੋਈ। ਇਹ ਮਹਾਰਾਜ ਮੈਂ ਆਪਣੇ ਆਪ ਤਾਂ ਆ ਨਹੀਂ ਸਕਦਾ ਹੁਣ ਤੁਹਾਡੇ ਕੋਲ। ਹੁਣ ਤੁਸੀਂ ਬੁਲਾਓਗੇ ਤੇ ਆਵਾਂਗਾ ਨਾ। ਮੈਂ ਗੁਨਾਹਗਾਰ ਹਾਂ ਤੇ ਗੁਨਾਹਗਾਰ ਨੂੰ ਉਹਨਾਂ ਚਿਰ ਦਰਬਾਰ ਵਿੱਚ ਨਹੀਂ ਵੜਦਾ ਹੱਕ ਜਿੰਨਾ ਚਿਰ ਮਾਲਕ ਬੁਲਾਵੇ ਨਾ। ਹੁਣ ਤੁਸੀਂ ਬੁਲਾਓਗੇ ਤੇ ਮੈਂ ਆਵਾਂਗਾ। ਨਹੀਂ ਦਾਸ ਕੇ ਬਸ ਕਿਸ ਭਾਂਤੀ। ਇਹ ਮਹਾਰਾਜ ਅਸੀਂ ਤੁਹਾਡੇ ਸੇਵਕ ਹਾਂ ਪਰ ਸਾਡੇ ਵੱਸ ਕੁਛ ਨਹੀਂ ਹੈ। ਕਾਠ ਕੀ ਪੁੱਤਰੀ ਕਹਾਂ ਕਰੈ ਬਪਰੀ ਖਿਲਾਵਨ ਹਾਰੋ ਜਾਨੈ। ਅਸੀਂ ਤੇ ਕਠਪੁਤਲੀਆਂ ਆ, ਜਿਵੇਂ ਤੁਸੀਂ ਨਚਾਉਂਦੇ ਉਵੇਂ ਨੱਚਦੇ ਹਾਂ। ਆਪ ਅਹੋ ਸਮਰੱਥ ਬਖਿਆਤੀ। ਮਹਾਰਾਜ ਤੁਸੀਂ ਸਮਰੱਥ ਹੋ, ਹਰ ਤਰ੍ਹਾਂ ਨਾਲ ਸਮਰੱਥ ਹੋ। ਮਹਾਰਾਜ ਆਪ ਜੀ ਤੋਂ ਕਿਹੜੀ ਗੱਲ ਲੁਕੀ ਛਪੀ ਹੈ, ਦਿਲਾਂ ਦੀ ਜਾਣਨ ਵਾਲੇ ਹੋ। ਜਿਮ ਚਾਹੋ ਤਿਮ ਰਚੋ ਗੁਸਾਈ। ਇਹ ਸੱਚੇ ਪਾਤਸ਼ਾਹ ਜਿਵੇਂ ਤੁਹਾਨੂੰ ਚੰਗਾ ਲੱਗੇ ਉਵੇਂ ਕਰ ਸਕਦੇ ਹੋ, ਜਿਵੇਂ ਚਾਹੋ ਉਵੇਂ ਰਚਨਾ ਰਚ ਲੈਂਦੇ ਹੋ। ਤੁਹਾਡੇ ਹੱਥ ਸਮਰੱਥਾ ਹੈ। ਸਭ ਜਗ ਜਿਨੈ ਉਪਾਇਆ ਭਾਈ ਕਰਨ ਕਾਰਨ ਸਮਰੱਥ। ਮਹਾਰਾਜ ਤੁਸੀਂ ਕਰਨ ਕਾਰਨ ਸਮਰੱਥ ਹੋ। ਆਪ ਬਖਸ਼ਣ ਵਾਲੇ ਹੋ। ਬਖਸ਼ ਲਓ, ਬਖਸ਼ ਲਓ, ਬਖਸ਼ ਲਓ, ਬਖਸ਼ ਲਓ। ਹਾਂਜੀ, ਬਿਗੜੇ ਸੁਧ ਰਹਿ ਸੁਧ ਬਿਗਰਾਹੀ। ਵਿਗੜਿਆਂ ਨੂੰ ਸੁਧਾਰ ਸਕਦੇ ਹੋ ਤੇ ਸੁਧਰਿਆਂ ਨੂੰ ਵਿਗਾੜ ਸਕਦੇ ਹੋ। ਤੁਹਾਡੀ ਮਾਇਆ ਨਾਲ ਮਹਾਰਾਜ ਸੁਧਰੇ ਹੋਏ ਕਈ ਵਾਰੀ ਵਿਗੜ ਜਾਂਦੇ ਆ ਤੇ ਤੁਹਾਡੀ ਮਾਇਆ ਨਾਲ ਵਿਗੜੇ ਹੋਏ ਸੁਧਰ ਜਾਂਦੇ ਆ। ਤੁਸੀਂ ਕੌਡੇ ਵਰਗੇ ਰਾਖਸ਼ਾਂ ਨੂੰ, ਸੱਜਣ ਵਰਗੇ ਠੱਗਾਂ ਨੂੰ, ਨੂਰ ਸ਼ਾਹ ਵਰਗੀਆਂ ਜਾਦੂਗਰਨੀਆਂ ਨੂੰ ਸਿੱਧੇ ਰਾਹ ਪਾ ਸਕਦੇ ਹੋ ਤੇ ਮਹਾਰਾਜ ਆਪਣੀ ਮਾਇਆ ਪਾ ਕੇ ਸੁਧਰੇ ਹੋਇਆਂ ਨੂੰ ਕਈ ਵਾਰੀ ਪੁੱਠੇ ਪਾਸੇ ਵੀ ਪਾ ਦਿੰਦੇ ਹੋ। ਕਿਉਂਕਿ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਬਿਗਸੈ ਅੰਤਰਜਾਮੀ। ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਸਾਰੀ ਖੇਡ ਤੁਹਾਡੇ ਹੱਥ ਹੈ ਸੱਚੇ ਪਾਤਸ਼ਾਹ ਜੀ। ਹਾਂਜੀ,
ਇਮ ਬਿਨਤੀ ਕਰ ਕਵਿਤ ਬਣਾਏ। ਇਹ ਤਾਂ ਭਾਈ ਸਾਹਿਬ ਜੀ ਬੈਰਾਗ ਵਿੱਚ ਰੋਈ ਜਾਂਦੇ ਤੇ ਬਾਣੀ ਆਉਂਦੀ ਫਿਰ ਉਹਨਾਂ ਨੂੰ ਬਿਰਹਾ ਦੀ ਬਾਣੀ। ਕਦੀ ਭਾਈ ਸਾਹਿਬ ਗੁਰਦਾਸ ਦੇ ਕਵਿਤ ਸਵਈਏ ਪੜ੍ਹੋ ਸਾਧ ਸੰਗਤ, ਬਹੁਤੇ ਕਵਿਤ ਸਵਈਏ ਬਨਾਰਸ ਵਿੱਚ ਹੀ ਰਚੇ ਹਨ। ਉੱਥੋਂ ਦੀ ਬੋਲੀ ਦੀ ਝਲਕ ਵੀ ਉਹਦੇ 'ਚ ਹੀ ਮਿਲਦੀ ਹੈ। ਜਿਹੜੀਆਂ ਵਾਰਾਂ ਨੇ ਉਹ ਪੰਜਾਬੀ 'ਚ ਨੇ, ਜਿਹੜੇ ਕਵਿਤ ਸਵਈਏ ਨੇ ਉਹ ਬਿਰਜ ਭਾਸ਼ਾ ਵਿੱਚ ਨੇ, ਉਹਨਾਂ ਵਿੱਚ ਸੰਸਕ੍ਰਿਤ ਦੇ ਤੇ ਉਸ ਭਾਸ਼ਾ ਦੇ ਸ਼ਬਦ ਨੇ ਜਿਹੜੇ ਬਨਾਰਸ ਵਿੱਚ ਜ਼ਿਆਦਾ ਸਮਝੇ ਜਾ ਸਕਦੇ। ਭਾਈ ਸਾਹਿਬ ਜੀ ਕਵਿਤ ਸਵਈਏ ਬਣਾਉਂਦੇ ਆ ਬਿਰਹਾ ਦੇ। ਹੁਣ ਇੱਥੇ ਤਾਂ ਸਮਾਂ ਨਹੀਂ, ਭਾਈ ਸੰਤੋਖ ਸਿੰਘ ਜੀ ਨੇ ਵੀ 3-4 ਕਵਿਤ ਦਿੱਤੇ ਆ। ਬਾਕੀ ਉਹਨਾਂ ਦੀ ਹੋਰ ਬਾਣੀ ਪੜ੍ਹੋ, ਵਾਰਾਂ ਪੜ੍ਹੋ, ਕਵਿਤ ਸਵਈਏ ਪੜ੍ਹੋ, ਬੜਾ ਆਨੰਦ ਆਉਂਦਾ। ਇੱਦਾਂ ਭਾਈ ਸਾਹਿਬ ਬੈਰਾਗ ਦੇ ਵਿੱਚ ਬਣਾਉਂਦੇ ਹਨ। ਇੱਕ ਦਿਨ ਸਾਧ ਸੰਗਤ ਜੀ ਭਾਈ ਸਾਹਿਬ ਜੀ ਸੁੱਤੇ ਪਏ ਨੇ, ਸੁੱਤੇ ਪਿਆਂ ਨੂੰ ਸੁਪਨਾ ਆ ਗਿਆ ਕਿ ਸੁਪਨੇ ਵਿੱਚ ਮਹਾਰਾਜ ਮੀਰੀ ਪੀਰੀ ਦੇ ਮਾਲਕ ਕਲਗੀਆਂ ਲੱਗੀਆਂ ਸੀ, ਇਸ 'ਤੇ ਚੱਕਰ ਲੱਗੇ ਹੋਏ, ਬਾਦਸ਼ਾਹੀ ਪੁਸ਼ਾਕਾ ਪਹਿਨਿਆ ਹੋਇਆ ਤੇ ਬੜੇ ਸੁੰਦਰ ਬਲੀ ਘੋੜੇ 'ਤੇ ਸਵਾਰ ਭਾਈ ਸਾਹਿਬ ਦੇ ਸਾਹਮਣੇ ਆ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਸਰੂਪ ਦੇ ਦਰਸ਼ਨ ਕਰਦੇ ਖੁਸ਼ ਹੋ ਗਏ, ਅੱਜ ਮੈਨੂੰ ਦਰਸ਼ਨ ਹੋ ਗਏ, ਅੱਜ ਮੈਨੂੰ ਸੁਪਨ ਦਰਸ਼ਨ ਹੋ ਗਏ। ਇੱਕ ਪ੍ਰਤੱਖ ਦਰਸ਼ਨ ਦੇ, ਇੱਕ ਸੁਪਨ ਇੱਕ ਪ੍ਰਤੱਖ ਇੱਕ ਸਮੈ ਲੀਣੋ। ਕਈ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦੇ, ਪਰ ਗੁਰਬਾਣੀ ਵਿੱਚ ਚੀਜ਼ਾਂ ਸਾਰੀਆਂ ਲਿਖੀਆਂ ਹੋਈਆਂ, ਕਿਉਂਕਿ ਗੁਰਬਾਣੀ ਪੜ੍ਹੋਗੇ ਤੇ ਪਤਾ ਲੱਗੇਗਾ ਨਾ। ਇੱਕ ਸੁਪਨ ਦਰਸ਼ਨ ਹੁੰਦੇ, ਇੱਕ ਪ੍ਰਤੱਖ ਦਰਸ਼ਨ ਹੁੰਦੇ। ਭਾਈ ਸਾਹਿਬ ਨੂੰ ਸੁਪਨ ਦਰਸ਼ਨ ਹੋਏ। ਸੁਪਨੇ 'ਚ ਮਹਾਰਾਜ ਸਾਹਮਣੇ ਆਏ, 6ਵੇਂ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਤੇ ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਵੇਖੇ ਭਾਈ ਸਾਹਿਬ ਬਹੁਤ ਬਿਸਮਾਦ ਵਿੱਚ ਆ ਗਏ ਤੇ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਪਿਆਰ ਨਾਲ ਕੋਲ ਬੁਲਾਇਆ, ਇੱਦਾਂ ਗੱਲ ਨਾਲ ਲਾਣ ਲੱਗੇ। ਉਹ ਭਾਈ ਸਾਹਿਬ ਲਿਖਦੇ, ਸੁਪਨ ਚਰਿਤਰ ਚਿੱਤਰ ਬਾਣਕ ਬਣੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਪਰਮ ਦਇਆਲ ਲਾਲ ਲੋਚਨ ਵਿਸਾਲ, ਮੁਖ ਬਚਨ ਰਸਾਲ ਮਦ ਮਧੁਰ ਪੀ ਆਏ ਹੈ। ਸੁਪਨੇ ਦਾ ਅੱਜ ਮੈਂ ਚਰਿੱਤਰ ਦੱਸਾਂ ਕਿ ਬੜਾ ਸੋਹਣਾ ਬਾਣਾ ਪਾਇਆ ਹੋਇਆ ਸੀ। ਮੇਰੇ ਪਰਮ ਪਵਿੱਤਰ ਮਿੱਤਰ ਸਤਿਗੁਰੂ ਆਏ ਨੇ ਅੱਜ ਮੇਰੇ ਸੁਪਨੇ ਵਿੱਚ। ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਪਰਮ ਦਇਆਲ ਬੜੇ ਦਿਆਲੂ, ਪਰਮ ਦਇਆਲ ਲਾਲ ਲੋਚਨ ਵਿਸਾਲ, ਅੱਖਾਂ ਮੋਟੀਆਂ ਮੋਟੀਆਂ। ਮਹਾਰਾਜ ਦੇ ਨੇਤਰ ਬੜੇ ਸੁੰਦਰ ਸਨ ਗੁਰੂ ਹਰਗੋਬਿੰਦ ਸਾਹਿਬ ਦੇ। ਸਰੀਰ ਬਹੁਤ ਹੀ ਇੰਨਾ ਸੋਹਣਾ ਦੁਨੀਆ 'ਤੇ ਅਜੇ ਕੋਈ ਪੈਦਾ ਨਹੀਂ ਹੋਇਆ ਜਿਹਨੇ ਮਹਾਰਾਜ 6ਵੇਂ ਪਾਤਸ਼ਾਹ ਕਵੀ ਸੰਤੋਖ ਸਿੰਘ ਤਾਂ ਲਿਖਦੇ ਨੇ ਕਿ ਸਾਰੀ ਦੁਨੀਆ ਦੀ ਸੁੰਦਰਤਾ ਇਕੱਠੀ ਕਰਕੇ ਵੀ 6ਵੇਂ ਪਾਤਸ਼ਾਹ ਦੇ ਪੈਰਾਂ ਦੇ ਨੋਹ ਦੇ ਬਰਾਬਰ ਵੀ ਨਹੀਂ ਹੋ ਸਕਦੀ, ਇੰਨੇ ਸੁੰਦਰ ਪਾਤਸ਼ਾਹ। ਕਹਿੰਦੇ ਪਰਮ ਦਇਆਲ ਲਾਲ ਲੋਚਨ ਵਿਸਾਲ, ਮੁਖ ਬਚਨ ਬੜੇ ਮਿੱਠੇ ਮੁਖ ਤੋਂ ਬਚਨ ਬੋਲੇ, ਮੁਖ ਬਚਨ ਰਸਾਲ ਮਦ ਮਧੁਰ ਪੀ ਆਏ। ਜਿਵੇਂ ਮਿੱਠੀ ਸ਼ਹਿਦ ਹੁੰਦੀ ਹੈ ਨਾ, ਇੱਦਾਂ ਦੇ ਬਚਨ ਬੋਲੇ। ਤੇ ਕਹਿੰਦੇ ਸੋਬਤ ਸੇ ਜਾਸਨ ਬੇਲਾਸਨ ਦਾ ਅੰਕਮਾਲ, ਕਹਿੰਦੇ ਮੇਰੇ ਹਿਰਦੇ ਰੂਪੀ ਸੇਜਾ ਤੇ ਆ ਕੇ ਸੋਭੇ, ਮੈਨੂੰ ਜੱਫੀ ਪਾਉਣ ਲੱਗੇ। ਸੋਬਤ ਸੇ ਜਾਸਨ ਬੇਲਾਸਨ ਦਾ ਅੰਕਮਾਲ, ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ। ਕਹਿੰਦੇ ਪ੍ਰੇਮ ਦਾ ਰਸ ਛਾ ਗਿਆ, ਮੈਨੂੰ ਆਪਣਾ ਆਪ ਭੁੱਲ ਗਿਆ, ਮੈਨੂੰ ਉਹਨਾਂ ਦੇ ਸਰੂਪ ਵਿੱਚ ਹੀ ਸਹਿਜ ਸਮਾਈ ਹੋ ਗਈ। ਇੰਨੇ ਨੂੰ ਕੀ ਹੋਇਆ, ਸਵੇਰ ਦਾ ਟਾਈਮ ਹੋ ਗਿਆ। ਚਾਤਰਿਕ ਸ਼ਬਦ ਸੁਣ ਅੱਖੀਆਂ ਉਗਰ ਗਈ, ਬਬੀਹਾ ਬੋਲ ਪਿਆ ਬਾਹਰੋਂ, ਬਬੀਹਾ ਬੋਲ ਪਿਆ ਤੇ ਬਬੀਹੇ ਦੀ ਆਵਾਜ਼ ਮੇਰੇ ਕੰਨਾਂ 'ਚ ਪੈ ਗਈ, ਮੇਰੀ ਜਾਗ ਖੁੱਲ੍ਹ ਗਈ। ਚਾਤਰਿਕ ਸ਼ਬਦ ਸੁਣ ਅੱਖੀਆਂ ਉਗਰ ਗਈ, ਭਈ ਜਲ ਮੀਨ ਗਤ ਬਿਰਹਾ ਜਗਾਏ ਹੈ। ਕਹਿੰਦੇ ਗੱਲ ਹੋ ਗਈ ਜਿਵੇਂ ਮੱਛੀ ਪਾਣੀ ਤੋਂ ਵਿਛੜ ਗਈ ਹੋਵੇ, ਮੱਛੀ ਜਿਵੇਂ ਪਾਣੀ ਤੋਂ ਵਿਛੜ ਗਈ ਹੋਵੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਰੂਪ ਦਾ ਜਿਹੜਾ ਝਲਕਾ ਵੱਜਾ ਸੀ ਉਹ ਓਲੇ ਹੋ ਗਿਆ। ਭਾਈ ਸਾਹਿਬ ਦੀ ਬਿਰਹਾ ਹੋਰ ਵੱਧ ਗਈ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਨ। ਇਹੋ ਜਿਹੇ ਭਾਈ ਸਾਹਿਬ ਹੁਣ ਕਵਿਤ ਸਵਈਏ ਰਚਣ ਲੱਗੇ ਹੈ। ਗੁਰੂ ਧਿਆਨ ਕਰ ਦੇਤ ਸੁਨਾਏ, ਉਹ ਗੁਰੂ ਦਾ ਧਿਆਨ ਕਰਕੇ ਨਾ ਇੱਦਾਂ ਉਹਨਾਂ ਅੱਖਾਂ ਬੰਦ ਕਰ ਲੈਂਦੇ, ਕਵਿਤ ਸਵਈਏ ਰਚਦੇ ਆ। ਇੱਦਾਂ ਬੋਲਦੇ ਜਿਵੇਂ ਮੈਂ ਅਕਾਲ ਤਖਤ ਦੇ ਸਾਹਮਣੇ ਖੜਾ, ਉੱਤੇ ਮਹਾਰਾਜ ਬੈਠੇ ਨੇ ਤੇ 6ਵੇਂ ਪਾਤਸ਼ਾਹ ਸੁਣ ਰਹੇ ਤੇ ਮੈਂ ਸੁਣਾ ਰਿਹਾ।
ਆਪਣੇ ਧਿਆਨ ਵਿੱਚ ਕਾਸ਼ੀ ਬੈਠੇ ਬੈਠੇ ਹੀ ਛੇਵੇਂ ਪਾਤਸ਼ਾਹ ਜੀ ਨੂੰ ਇਹ ਸਵਈਏ ਭਾਈ ਸਾਹਿਬ ਜੀ ਸੁਣਾਉਂਦੇ ਹਨ। ਕਬਿਤ ਗਾਏ ਸੋਤ ਜੈਸੇ ਮੇਲ ਮਾਤ ਮਨ ਚਾਹੇ ਐਸ। ਕਹਿੰਦੇ ਜਿਵੇਂ ਵੱਛਾ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ, ਵੱਛਾ ਗਾਂ ਨੂੰ ਮਿਲਣਾ ਚਾਹੁੰਦਾ ਹੈ। ਕੂਦ ਬਿਲ ਲਾਏ ਘਰ ਬੰਧਨ ਬਸਾਏ ਨਾ। ਕੁੱਦਦਾ ਵੀ ਹੈ, ਉਹ ਆਪਣੀ ਬੋਲੀ ਵਿੱਚ ਮਾਂ ਨੂੰ ਆਵਾਜ਼ ਵੀ ਮਾਰਦਾ, ਅੜਿੰਗਦਾ ਵੀ ਹੈ, ਪਰ ਉਹਦੇ ਗਲ 'ਚ ਰੱਸੀ ਪਾਈ ਹੁੰਦੀ, ਉਹ ਬੰਨੀ ਹੁੰਦੀ ਕਿੱਲੇ ਦੇ ਨਾਲ। ਉਹ ਰੱਸੀ ਉਹਨੂੰ ਮਾਂ ਕੋਲ ਨਹੀਂ ਜਾਣ ਦਿੰਦੀ। ਤੁਹਾਨੂੰ ਪਤਾ ਹੀ ਆਪਾਂ ਸਾਰੇ ਘਰਾਂ 'ਚ ਗਊਆਂ ਰੱਖਦੇ ਆ, ਵੱਛੇ ਨੂੰ ਬੰਨ੍ਹ ਕੇ ਰੱਖਣਾ ਪੈਂਦਾ। ਜੇ ਵੱਛਾ ਖੁੱਲ੍ਹਾ ਹੋਵੇ ਤਾਂ ਸਾਰਾ ਦੁੱਧ ਉਹ ਚੁੰਘ ਜਾਵੇ, ਸਾਨੂੰ ਕੀ ਮਿਲਣਾ। ਹਰ ਇੱਕ ਘਰ ਦੇ ਵਿੱਚ ਜਿੱਥੇ ਗਾਂ ਰੱਖੀ ਹੁੰਦੀ ਹੈ ਵੱਛਾ ਵੀ ਹੁੰਦਾ, ਪਰ ਵੱਛੇ ਨੂੰ ਬੰਨਿਆ ਹੁੰਦਾ। ਭਾਈ ਸਾਹਿਬ ਗੁਰਦਾਸ ਜੀ ਉਹ ਐਗਜ਼ਾਮਪਲ ਦੇ ਰਹੇ ਨੇ, ਕਹਿੰਦੇ ਗਾਂ ਦੇ ਵੱਛੇ ਦਾ ਦਿਲ ਕਰਦਾ ਕਿ ਗਾਂ ਕੋਲ ਜਾਵਾਂ, ਹੁਣੇ ਮਿਲਾਂ ਮਾਂ ਨੂੰ, ਮਾਂ ਮੈਨੂੰ ਪਿਆਰ ਕਰੇ, ਮਾਂ ਮੈਨੂੰ ਚੱਟੇ, ਮੈਨੂੰ ਲੜਾਵੇ, ਪਰ ਵਿਚਾਰੇ ਦੇ ਗਲ ਦੀ ਰੱਸੀ, ਗਲ ਦੀ ਸੰਗਲੀ ਉਹਨੂੰ ਮਾਂ ਕੋਲ ਜਾਣ ਨਹੀਂ ਦਿੰਦੀ। ਹਾਂਜੀ, ਜੈਸ ਤੋ ਬਿਗਾਰਨੇ ਜ ਧਾਮ ਕੋ ਪਧਾਰ ਚਾਹੈ। ਹੁਣ ਤਾਂ ਸਾਧ ਸੰਗਤ ਜੀ ਬਿਗਾਰੀਆਂ ਦਾ ਰਿਵਾਜ ਨਹੀਂ ਰਿਹਾ। ਪਹਿਲਾਂ ਬਿਗਾਰੀ ਫੜੇ ਜਾਂਦੇ ਸੀ, ਇੱਦਾਂ ਸੜਕ 'ਤੇ ਜਾਂਦੇ ਬੰਦੇ ਨੂੰ ਫੜ ਲੈਂਦੇ ਸੀ। ਜਿਵੇਂ ਇੱਥੇ ਵੀ ਕਿਸੇ ਜ਼ਮਾਨੇ ਵਿੱਚ ਪਹਿਲਾਂ ਜਿਹੜੇ ਅਫਰੀਕਾ ਤੋਂ ਬੰਦੇ ਲਿਆਂਦੇ, ਉਹਨਾਂ ਨੂੰ ਜ਼ਬਰਦਸਤੀ ਕੰਮ ਕਰਾਉਂਦੇ ਸੀ। ਇੱਥੋਂ ਦੀ ਹਿਸਟਰੀ ਹੈ। ਆਪਣੇ ਇੰਡੀਆ 'ਚ ਵੀ ਪਹਿਲਾਂ ਗੁਲਾਮ ਜਿਹਨੂੰ ਕਹਿੰਦੇ ਸੀ, ਗੁਲਾਮਾਂ ਦਾ ਸਿਸਟਮ, ਉਹ ਫੜ ਲੈਂਦੇ ਸੀ। ਇੱਕ ਵਾਰੀ ਭਗਤ ਨਾਮਦੇਵ ਜੀ ਨੂੰ ਵੀ ਬਿਗਾਰੀ ਫੜ ਲਿਆ ਸੀ। ਉਹਨਾਂ ਦੀ ਬਾਣੀ ਵਿੱਚ ਜਿਹੜਾ ਸ਼ਬਦ ਆਉਂਦਾ ਨਾ, ਉਹ ਕਿ ਦਵਾਰਕਾ ਨਗਰੀ ਕਾਹੇ ਕੇ ਮੰਗੋਲ, ਉਹਦੀ ਭੂਮਿਕਾ ਇਹੀ ਹੈ ਵੀ ਉਹਨਾਂ ਨੂੰ ਵੀ ਬਿਗਾਰੀ ਫੜ ਲਿਆ ਸੀ। ਇੱਦਾਂ ਰਸਤੇ 'ਚ ਫੜ ਲੈਣਾ। ਭਗਤ ਫਰੀਦ ਜੀ ਨੂੰ ਫੜ ਲਿਆ ਸੀ, ਫਰੀਦਕੋਟ ਦੇ ਰਾਜੇ ਨੇ। ਅੱਜ ਤੋਂ 700 ਸਾਲ ਪਹਿਲਾਂ ਕੋਈ ਰਾਜਾ, 800 ਸਾਲ ਪਹਿਲਾਂ ਉੱਥੋਂ ਦਾ, ਉਹ ਭਗਤ ਜੀ ਤੁਰੇ ਜਾਂਦੇ, ਉਹਨਾਂ ਫੜ ਲਿਆ। ਕਹਿੰਦੇ ਬਾਬਾ ਇੱਟਾਂ ਢੋ, ਇਹ ਕਿਲ੍ਹਾ ਬਣ ਰਿਹਾ। ਅਤੇ ਭਗਤ ਫਰੀਦ ਜੀ ਦੇ ਸਿਰ ਦੇ ਉੱਤੇ ਵੀ ਰੱਖ ਦਿੱਤਾ ਟੋਕਰਾ, ਪਰ ਉਹ ਮਹਾਂਪੁਰਸ਼ ਸਨ, ਉਹਨਾਂ ਦੇ ਸਿਰ ਤੋਂ ਗਿੱਠ ਉੱਚੀ ਜਾਂਦੀ ਟੋਕਰੀ। ਫਿਰ ਰਾਜੇ ਨੂੰ ਪਤਾ ਲੱਗਾ ਵੀ ਜਿਹੜੇ ਬੰਦੇ ਦੇ ਫੜ ਕੇ ਕੰਮ ਲਾਇਆ ਹੋਇਆ ਬਿਗਾਰੀ, ਉਹ ਕੋਈ ਆਮ ਬੰਦਾ ਨਹੀਂ, ਉਹ ਤਾਂ ਕੋਈ ਰੱਬੀ ਰੂਹ ਹੈ। ਫਿਰ ਉਹਨੇ ਮਾਫੀ ਮੰਗੀ ਅਤੇ ਭਗਤ ਜੀ ਦੇ ਨਾਂ 'ਤੇ ਹੀ ਸ਼ਹਿਰ ਦਾ ਨਾਮ ਫਰੀਦਕੋਟ ਰੱਖਿਆ ਸੀ। ਉਹ ਕਿਲ੍ਹਾ ਜਿਹੜਾ ਫਰੀਦਕੋਟ ਦਾ ਬਣਿਆ, ਉਹ ਭਗਤ ਜੀ ਮਹਾਰਾਜ, ਫਰੀਦ ਜੀ ਮਹਾਰਾਜ ਦੇ ਨਾਂ 'ਤੇ ਬਣਿਆ ਸੀ। ਰਹੋ ਵਿਚਾਰ, ਇਹਨੂੰ ਕਹਿੰਦੇ ਬਿਗਾਰੀ ਫੜ ਲੈ। ਰਾਹ ਜਾਂਦੇ ਬੰਦੇ ਨੂੰ ਫੜ ਲੈਣਾ, ਦੇਣਾ ਲੈਣਾ ਕੁਛ ਨਹੀਂ ਹੁੰਦਾ, ਵੱਧ ਤੋਂ ਵੱਧ ਰੋਟੀ ਖਵਾ ਦਿੰਦੇ ਸੀ, ਚੱਲ ਕੰਮ ਕਰੀ ਜਾ। ਉਹ ਜ਼ਮਾਨਾ ਇੱਦਾਂ ਦਾ ਸੀ। ਕਹਿੰਦੇ ਬਿਗਾਰੀ ਵਿਚਾਰਾ ਰਾਹ ਜਾਂਦਾ ਫੜਿਆ ਗਿਆ, ਉਹ ਚਾਹੁੰਦਾ ਵੀ ਮੈਂ ਆਪਣੇ ਘਰ ਜਾਵਾਂ, ਉਹ ਚਾਹੁੰਦਾ ਮੈਂ ਆਪਣੇ ਬੱਚਿਆਂ ਕੋਲ ਜਾਵਾਂ, ਆਜ਼ਾਦ ਹੋਵਾਂ, ਮੈਂ ਇਹ ਗੁਲਾਮੀ ਦੇ ਜੀਵਨ 'ਚੋਂ ਨਿਕਲਾਂ ਮੈਂ। ਜਾਨ ਪਰਾਧੀਨ ਚਿੰਤ ਚਿਤਵਤ ਜਾਏ ਨਾ। ਪਰ ਵਿਚਾਰਾ ਚਿੱਤ ਵਿੱਚ ਚਾਹੁੰਦਾ ਹੋਇਆ ਵੀ ਗੁਲਾਮੀ ਦੇ ਕਾਰਨ ਜਿਹੜਾ ਸੰਗਲ ਗਲ 'ਚ ਪਿਆ ਉਹ ਜਾ ਨਹੀਂ ਸਕਦਾ, ਉਹਨੂੰ ਉੱਥੇ ਇੱਟਾਂ ਢੋਣੀਆਂ ਪੈਂਦੀਆਂ, ਉੱਥੇ ਗੁਲਾਮੀ ਕਰਨੀ ਪੈਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਅੱਜ ਮੈਂ ਵੀ ਚਾਹੁੰਦਾ ਮੈਂ ਆਪਣੇ ਗੁਰੂ ਕੋਲ ਜਾਵਾਂ, ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂ, ਪਰ ਆ ਜਿਹੜੇ ਬੰਧਨ ਪਏ ਨੇ ਹੁਕਮਾਂ ਦੇ, ਇਹ ਜਾਣ ਨਹੀਂ ਦਿੰਦੇ। ਜੈਸੇ ਬਿਰਹਨੀ ਪਤ ਸੰਗ ਕੋ ਸਨੇਹ ਚਾਹੇ। ਜਿਵੇਂ ਬਿਰਹਣੀ ਇਸਤਰੀ ਆਪਣੇ ਪਤੀ ਨੂੰ ਪਿਆਰ ਕਰਨ ਵਾਲੀ, ਆਪਣੇ ਪਤੀ ਨੂੰ ਪਰਮੇਸ਼ਰ ਸਮਝਣ ਵਾਲੀ ਚਾਹੁੰਦੀ ਹੈ ਵੀ ਮੇਰਾ ਪਤੀ ਮੇਰੇ ਕੋਲ ਹੋਵੇ, ਮੈਂ ਪਤੀ ਕੋਲ ਹੋਵਾਂ। ਦੇਖ ਕੋਲ ਅੰਕ ਲਾਜ ਸੰਗਮ ਸੋ ਪਾਏ ਨਾ। ਪਰ ਉਹ ਸਾਰਾ ਦਿਨ ਪਤੀ ਕੋਲ ਨਹੀਂ ਜਾ ਸਕਦੀ। ਇਹ ਸਾਧ ਸੰਗਤ ਜੀ ਸਾਡੇ ਸਮਾਜ ਦੀਆਂ ਕਦਰਾਂ ਕੀਮਤਾਂ ਸਨ, ਉਹਦੇ ਵਿੱਚ ਕੁਝ ਗੁਣ ਵੀ ਸਨ ਜਿਹੜੇ ਅੱਜ ਨਹੀਂ ਰਹੇ। ਸ਼ਰਮ ਧਰਮ ਸਭ ਛੱਪ ਖਲੋਏ। ਉਹ ਹੁੰਦਾ ਸੀ ਬਈ ਸਾਰਾ ਦਿਨ ਬੀਬੀਆਂ ਘੁੰਡ ਕੱਢ ਕੇ ਰੱਖਦੀਆਂ ਸੀ, ਪਤੀ ਨਾਲ ਗੱਲ ਨਹੀਂ ਸੀ ਕਰਦੀਆਂ। ਸੱਸ ਸਹੁਰੇ ਦੀ ਸ਼ਰਮ, ਜੇਠ ਜਠਾਣੀ ਦੀ ਸ਼ਰਮ, ਪਰਿਵਾਰ ਦੀ ਸ਼ਰਮ। ਕਹਿੰਦੇ ਉਹ ਸਾਰਾ ਦਿਨ ਸੋਚਦੀ ਹੈ ਵੀ ਮੈਂ ਪਤੀ ਨੂੰ ਮਿਲਾਂ, ਉਹਦੇ ਨਾਲ ਗੱਲਬਾਤ ਕਰਾਂ, ਪਰ ਆਪਣੇ ਆਲੇ ਦੁਆਲੇ ਤੋਂ, ਸਹੁਰੇ ਸੱਸ ਤੋਂ, ਪਰਿਵਾਰ ਤੋਂ ਸ਼ਰਮ ਕਰਦੀ ਹੋਈ ਉਹ ਨਹੀਂ ਪਤੀ ਨਾਲ ਗੱਲ ਕਰ ਸਕਦੀ, ਪਰ ਚਾਹੁੰਦੀ ਹੈ। ਭਾਈ ਸਾਹਿਬ ਕਹਿੰਦੇ ਇੱਦਾਂ ਮੇਰਾ ਮਨ ਵੀ ਚਾਹੁੰਦਾ ਹੈ ਵੀ ਮੈਂ ਆਪਣੇ ਸਤਿਗੁਰੂ ਦੇ ਕੋਲ ਹੋਵਾਂ, ਪਰ ਜਿਹੜੇ ਸਮਾਜ ਦੇ ਬੰਧਨ ਪਏ ਹੋਏ ਨੇ, ਜਿਹੜੇ ਗੁਰੂ ਹੁਕਮ ਦੇ ਬੰਧਨ ਪਏ ਹੋਏ ਨੇ, ਉਹ ਮੈਨੂੰ ਅੱਗੇ ਨਹੀਂ ਜਾਣ ਦਿੰਦੇ। ਹਾਂਜੀ, ਤੈਸ ਹੋ ਸ਼ਰਨ ਗੁਰ ਚਰਨਨ ਚਾਹ ਸਦਾ। ਆਹਾ, ਜਿਵੇਂ
ਜਿਵੇਂ ਇੱਕ ਵੱਛਾ ਆਪਣੀ ਮਾਂ ਕੋਲ ਜਾਣਾ ਚਾਹੁੰਦਾ, ਗਾਂ ਕੋਲ ਉਹਦਾ ਪਿਆਰ ਲੈਣਾ ਚਾਹੁੰਦਾ, ਪਰ ਗਲ ਦੀ ਰੱਸੀ ਉਹਨੂੰ ਜਾਣ ਨਹੀਂ ਦਿੰਦੀ। ਜਿਵੇਂ ਇੱਕ ਬਿਗਾਰੀ ਆਪਣੇ ਪਰਿਵਾਰ ਕੋਲ ਜਾਣਾ ਚਾਹੁੰਦਾ, ਪਰ ਸਰਕਾਰ ਦਾ ਜਿਹੜਾ ਵੀ ਜਿਨ੍ਹਾਂ ਨੇ ਫੜਿਆ ਗੁਲਾਮ ਬਣਾਇਆ ਉਹ ਜਾਣ ਨਹੀਂ ਦਿੰਦੇ। ਜਿਵੇਂ ਇੱਕ ਬਿਰਹਣੀ ਇਸਤਰੀ ਆਪਣੇ ਪਤੀ ਕੋਲ ਜਾਣਾ ਚਾਹੁੰਦੀ, ਪਰ ਸਮਾਜ ਦੀ ਲਾਜ ਉਹਨੂੰ ਪਤੀ ਕੋਲ ਨਹੀਂ ਜਾਣ ਦਿੰਦੀ, ਇਸੇ ਤਰ੍ਹਾਂ ਮੈਂ ਆਪਣੇ ਗੁਰੂ ਕੋਲ ਜਾਣਾ ਚਾਹੁੰਦਾ। ਮੈਂ ਆਪਣੇ ਗੁਰੂ ਦੇ ਦਰਸ਼ਨ ਚਾਹੁੰਦਾ, ਆਪਣੇ ਗੁਰੂ ਦੇ ਚਰਨਾਂ ਦੀ ਚਾਹ ਰੱਖਦਾ ਹਾਂ ਮਨ ਵਿੱਚ। ਆਇਸ ਵਿਦੇਸ ਬਸ ਅਤ ਬਿਲ ਲਾਏ ਨਾ। ਪਰ ਗੁਰੂ ਦੀ ਆਗਿਆ ਹੀ ਇਹੋ ਜਿਹੀ ਹੈ, ਹੁਕਮ ਹੀ ਇਹੋ ਜਿਹਾ ਹੈ ਕਿ ਮੈਨੂੰ ਇੱਥੇ ਵਿਦੇਸ਼ ਵਿੱਚ ਬਹਿਣਾ ਪੈ ਰਿਹਾ। ਮੇਰਾ ਹੁਣ ਕੋਈ ਵਸ ਨਹੀਂ ਚੱਲਦਾ। ਉਹ ਕਦੋਂ ਘੜੀ ਆਵੇਗੀ ਜਦੋਂ ਮੈਂ ਆਪਣੇ ਮੀਰੀ ਪੀਰੀ ਦੇ ਮਾਲਕ ਦੇ ਪ੍ਰਤੱਖ ਦਰਸ਼ਨ ਕਰਾਂਗਾ। ਸਵਈਆ ਮੀਨ ਸਦਾ ਜਿਮ ਚਾਹਤ ਨੀਰ ਕੋ। ਜਿਵੇਂ ਸਾਧ ਸੰਗਤ ਜੀ, ਮੱਛੀ ਹਮੇਸ਼ਾ ਪਾਣੀ ਚਾਹੁੰਦੀ ਹੈ। ਮੱਛੀ ਨੂੰ ਸੋਨਾ ਨਹੀਂ ਚਾਹੀਦਾ, ਮੱਛੀ ਨੂੰ ਹੀਰੇ ਮੋਤੀ ਨਹੀਂ ਚਾਹੀਦੇ, ਮੱਛੀ ਨੂੰ ਕੁਛ ਨਹੀਂ ਚਾਹੀਦਾ, ਮੱਛੀ ਨੂੰ ਸਿਰਫ ਪਾਣੀ ਚਾਹੀਦਾ। ਹਾਂਜੀ, ਚਾਤਰਿਕ ਬੂੰਦ ਸਦਾ ਮਨ ਚਾਹੈ। ਤੇ ਬਬੀਹੇ ਨੂੰ ਧਰਤੀ ਦਾ ਰਾਜ ਦੇ ਦਿਓ, ਕਿਸੇ ਕੰਮ ਦਾ ਨਹੀਂ। ਕਹਿੰਦਾ ਮੈਨੂੰ ਸਵੰਤੀ ਬੂੰਦ ਚਾਹੀਦੀ ਹੈ। ਉਹ ਬੂੰਦ ਆਏਗੀ ਤੇ ਮੇਰੀ ਪਿਆਸ ਬੁਝੇਗੀ। 7 ਸਮੁੰਦਰ ਭਰੇ ਪਏ ਨੇ, ਪਿਆਸਾ ਹੀ ਰਹਿੰਦਾ ਉਹ। ਹਾਂਜੀ, ਨੀਰਜ ਚਾਹੇ ਸਦਾ ਰਾਵ ਕੀ। ਔਰ ਸੂਰਜ ਕਮਲ ਜਿਹੜਾ ਹੈ, ਨੀਰਜ ਪਾਣੀ ਤੋਂ ਪੈਦਾ ਹੋਇਆ ਕਮਲ ਦਾ ਫੁੱਲ, ਉਹ ਸੂਰਜ ਨੂੰ ਹੀ ਚਾਹੁੰਦਾ ਹੈ। ਹਾਂਜੀ, ਬੋਨਿਓ ਨਲਨੀ ਸਸ ਦੇਖ ਉਮਾ ਹੈ। ਇੱਕ ਨਲਨੀ ਕੁਮੁਦਨੀ ਹੁੰਦੀ ਹੈ, ਉਹਨੂੰ ਕਮੀ ਵੀ ਕਹਿੰਦੇ ਨੇ, ਕਵੀ ਵੀ ਕਹਿੰਦੇ ਨੇ, ਤੇ ਉਹਨੂੰ ਨਲਨੀ ਵੀ ਕਹਿੰਦੇ ਨੇ। ਉਹ ਰਾਤ ਨੂੰ ਚੰਦਰਮਾ ਨੂੰ ਵੇਖ ਕੇ ਖਿੜਦੀ ਹੈ। ਕਮਲ ਨਾਲੋਂ ਅਪੋਜਿਟ ਉਹਦਾ ਸੁਭਾਅ ਹੈ। ਕਹਿੰਦੇ ਉਹ ਹਮੇਸ਼ਾ ਚੰਦਰਮਾ ਨੂੰ ਹੀ ਚਾਹੁੰਦੀ ਹੈ। ਅਗਰਜ ਤਾੜਤ ਹੈ ਸਭ ਹੀ। ਕਹਿੰਦੇ ਅੱਗੇ ਸਾਰਿਆਂ ਦੇ ਵੱਡਾ ਜਿਹੜਾ ਭਾਈ ਹੁੰਦਾ ਹੈ, ਉਹ ਸਾਰਿਆਂ ਨੂੰ ਸਮਝਾ ਕੇ ਤਾੜਨਾ ਕਰਦਾ ਹੈ। ਬਹੁ ਪ੍ਰੀਤ ਨਾ ਤਿਆਗ ਸਦਾ ਰੋਚ ਚਾਹੈ। ਪਰ ਉਹ ਆਪਣੇ ਤਾੜਦਾ ਜ਼ਰੂਰ ਹੈ ਛੋਟਿਆਂ ਭਾਈਆਂ ਨੂੰ, ਪਰ ਉਹਦੇ ਅੰਦਰ ਇਹ ਤਾਂ ਨਹੀਂ ਵੀ ਨਫ਼ਰਤ ਹੁੰਦੀ ਹੈ, ਪਿਆਰ ਹੀ ਹੁੰਦਾ ਨਾ। ਇੱਦਾਂ ਗੁਰੂ ਸਿੱਖ ਨੂੰ ਤਾੜਦਾ ਹੈ, ਪਰ ਉਹ ਤਾੜਦਾ ਪਿਆਰ ਨਾਲ ਹੀ ਹੈ। ਹਾਂਜੀ, ਤੈਸ ਪ੍ਰਭੂ ਮਮ ਪ੍ਰੀਤ ਹਿਰਦੈ। ਇਸੇ ਤਰ੍ਹਾਂ ਮੇਰੇ ਸਤਿਗੁਰੂ, ਤੁਹਾਡੇ ਪ੍ਰਤੀ ਮੇਰੇ ਮਨ 'ਚ ਪ੍ਰੇਮ ਹੈ। ਮੈਨੂੰ ਪਤਾ ਹੈ ਵੀ ਜੇ ਗੁਰ ਝਿੜਕੇ ਤਾਂ ਮਿੱਠਾ ਲੱਗਾ, ਜੇ ਬਖਸ਼ੇ ਤਾਂ ਗੁਰ ਵਡਿਆਈ। ਹਾਂਜੀ, ਤੁਮ ਤਾੜਤ ਹੋ ਜਨ ਪ੍ਰੀਤ ਵਦਾ ਹੈ। ਤੁਸੀਂ ਮੈਨੂੰ ਤਾੜਦੇ ਹੋ ਵੱਡੇ ਭਰਾ ਦੀ ਤਰ੍ਹਾਂ, ਪਿਓ ਦੀ ਤਰ੍ਹਾਂ, ਪਰ ਮੇਰੇ ਅੰਦਰ ਉਸ ਤਾੜਨਾ ਦਾ ਗੁੱਸਾ ਨਹੀਂ ਆਉਂਦਾ, ਪ੍ਰੇਮ ਵੱਧਦਾ। ਮੈਨੂੰ ਪਤਾ ਕਿ ਮੇਰਾ ਭਲਾ ਕਰਨਾ ਚਾਹੁੰਦੇ ਆ, ਮੇਰਾ ਭਲਾ ਕਰਨਾ ਚਾਹੁੰਦੇ ਆ। ਮੇਰੀ ਊਣਤਾਈਆਂ ਨੇ ਉਹ ਕੱਢਣੀਆਂ ਚਾਹੁੰਦੇ ਮੇਰੇ ਗੁਰਦੇਵ ਜੀ, ਤਾਂ ਮੈਨੂੰ ਇਹ ਵਿਛੋੜਾ ਦਿੱਤਾ ਹੈ। ਚੌਪਈ ਇਤਿਆਦਿਕ ਬਣਾਏ ਕਰ ਬਾਣੀ। ਇਸ ਤਰ੍ਹਾਂ ਦੀ ਬਾਣੀ ਭਾਈ ਸਾਹਿਬ ਗੁਰਦਾਸ ਜੀ ਬਣਾਉਂਦੇ ਹਨ। ਪੁਨः ਸੁਣਾਵੈ ਬਨ ਗੁਰ ਧਿਆਨੀ। ਕਿਸੇ ਨੂੰ ਨਹੀਂ ਸੁਣਾਉਂਦੇ, ਅੱਖਾਂ ਮੀਚ ਕੇ ਗੁਰੂ ਨੂੰ ਸੁਣਾਉਂਦੇ ਨੇ। ਕੋਈ 1500 ਮੀਲ ਦਾ ਫਰਕ ਹੈ ਬਨਾਰਸ ਦਾ ਤੇ ਅੰਮ੍ਰਿਤਸਰ ਦਾ। 1500 ਕਿਲੋਮੀਟਰ ਮੇਰਾ ਖਿਆਲ ਜ਼ਰੂਰ ਹੋਵੇਗਾ, ਕਿਉਂਕਿ ਪਟਨਾ ਸਾਹਿਬ ਇੱਥੋਂ ਲਗਭਗ 1600-1700 ਮੀਲ ਹੈ, ਤੇ ਉੱਥੋਂ ਥੋੜ੍ਹਾ ਜਿਹਾ ਘੱਟ ਲਾ ਲਓ। ਬਨਾਰਸ ਇੰਨੀ ਦੂਰ ਹੈ ਅੰਮ੍ਰਿਤਸਰ ਤੋਂ, ਨੇੜੇ ਨਹੀਂ ਹੈ। ਪੈਦਲ ਜਾਂਦੇ ਸੀ ਤਾਂ 2 ਮਹੀਨੇ 1.5 ਮਹੀਨਾ ਰਸਤੇ 'ਚ ਲੱਗ ਜਾਂਦਾ ਸੀ। ਹੁਣ ਤਾਂ ਟ੍ਰੇਨ 'ਤੇ ਜਾਈਏ ਤਾਂ 24 ਘੰਟੇ 'ਚ ਬਨਾਰਸ ਪਹੁੰਚ ਜਾਈਦਾ। ਕਹਿੰਦੇ ਬਨਾਰਸ ਵਿੱਚ ਬੈਠੇ ਨੇ, ਸੁਣਾ ਰਹੇ ਨੇ ਅੰਮ੍ਰਿਤਸਰ ਗੁਰੂ ਹਰਗੋਬਿੰਦ ਸਾਹਿਬ ਨੂੰ। ਹਾਂਜੀ, ਭੂਲ ਪਰਿਓ ਮੈਂ ਆਏ ਵਿਦੇਸ਼ਾ। ਮਹਾਰਾਜ ਮੇਰੀਆਂ ਭੁੱਲਾਂ ਨੇ ਮੈਨੂੰ ਤੁਹਾਡੇ ਤੋਂ ਦੂਰ ਕਰ ਦਿੱਤਾ। ਮੈਂ ਵਿਦੇਸ਼ ਵਿੱਚ ਆ ਗਿਆ, ਦੂਰ ਆ ਗਿਆ ਹਾਂ। ਚਰਨ ਕਮਲ ਚਿਤ ਚਾਹੇ ਵਿਸ਼ੇਸ਼ਾ। ਪਰ ਮੇਰੇ ਮਨ ਵਿੱਚ ਸਦਾ ਤੁਹਾਡੇ ਚਰਨ ਕਮਲਾਂ ਦੀ ਚਾਹਨਾ ਹੈ ਗੁਰਦੇਵ ਜੀ, ਸਦਾ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ ਮੇਰੇ ਮਨ ਵਿੱਚ। ਕਰੋ ਕਿਰਪਾ ਨਿਜ ਦਰਸ਼ ਦਿਖਾਵੋ। ਕਿਰਪਾ ਕਰੋ, ਆਪਣੇ ਦਰਸ਼ਨ ਦਿਓ ਮਹਾਰਾਜ। ਬਖਸ਼ੋ ਮੋਏ ਜੇ ਅਵਗੁਣ ਪਾਵੋ। ਜੇ ਮੇਰੇ ਔਗਣ ਵੀ ਨੇ ਤੇ ਮਾਫ ਕਰ ਦਿਓ, ਜੇ ਮੈਂ ਭੁੱਲਾਂ ਕੀਤੀਆਂ ਤੇ ਬਖਸ਼ ਦਿਓ। ਹੋਏ ਇਕਾਂਤ ਇਵ ਬੇਨਤੀ ਕਰੈ। ਇਕੱਲੇ ਬਹਿ ਕੇ ਭਾਈ ਸਾਹਿਬ ਸਾਰਾ ਦਿਨ ਸਾਰੀ ਰਾਤ ਇਹੀ ਬੇਨਤੀ ਕਰਦੇ ਨੇ। ਸਿਰਫ ਉਹੀ ਟਾਈਮ ਜਿਹੜਾ ਰਾਜੇ ਦੇ ਦਰਬਾਰ 'ਚ ਕਥਾ ਕਰਦੇ ਨੇ ਜਾਂ ਲੋਕਾਂ ਨੂੰ ਮਿਲਦੇ ਨੇ, ਉਹਨਾਂ ਦਾ ਹੋਰ ਤਰ੍ਹਾਂ ਲੰਘਦਾ। ਪਰ ਜਦੋਂ ਇਕੱਲੇ ਬਹਿੰਦੇ ਨੇ
ਉਹ ਫਿਰ ਇਦਾਂ ਦੀਆਂ ਅਰਦਾਸਾਂ ਹੀ ਕਰਦੇ ਰਹਿੰਦੇ ਨੇ। ਹਾਂਜੀ, ਧਿਆਨ ਹਿਰਦੈ ਨਿਸ ਬਾਸੁਰ ਧਰੈ, ਦਿਨ ਰਾਤ ਮਹਾਰਾਜ ਸਾਹਿਬ ਜੀ ਛੇਵੇਂ ਪਾਤਸ਼ਾਹ ਦਾ ਧਿਆਨ ਧਰਦੇ ਨੇ। ਸਭ ਸਤਿਗੁਰ ਨੇ ਤਿਸ ਕੀ ਜਾਨੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਾਣੀ ਜਾਣ ਮੀਰੀ ਪੀਰੀ ਦੇ ਮਾਲਕ ਅਰਦਾਸਾਂ ਸੁਣ ਰਹੇ ਨੇ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ। ਜਾਣ ਗਏ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਅਤੇ ਉਹ ਗਰਭ ਅਬ ਭਾ ਨਿਰਮਾਨੀ, ਕਿ ਭਾਈ ਸਾਹਿਬ ਦੇ ਅੰਦਰ ਜਿਹੜੀ ਸੂਖਮ ਹਉਮੈ ਸੀ ਉਹ ਖਤਮ ਹੋ ਗਈ ਹੈ। ਹੁਣ ਪੂਰੀ ਤਰ੍ਹਾਂ ਨਿਰਮਾਣ ਹੋ ਗਏ, ਨਿਮਾਣੇ ਹੋ ਗਏ ਨੇ। ਇੱਕ ਦਿਨ ਬੈਠੇ ਬੀਚ ਦੀਵਾਨ, ਇੱਕ ਦਿਨ ਮਹਾਰਾਜ ਛੇਵੇਂ ਪਾਤਸ਼ਾਹ ਦੀਵਾਨ 'ਚ ਬੈਠੇ ਸਨ। ਸਬਨ ਸੁਨਾਵਤ ਕੀਨ ਬਖਾਨ, ਭਾਈ ਗੁਰਦਾਸ ਜੀ ਦੀ ਗੱਲ ਸ਼ੁਰੂ ਕਰ ਲਈ। ਕਿਸ ਕਾਰਨ ਤੇ ਗਾ ਗੁਰਦਾਸ, ਮਹਾਰਾਜ ਕਹਿੰਦੇ ਪਤਾ ਨਹੀਂ ਭਾਈ ਗੁਰਦਾਸ ਕਿੱਥੇ ਚਲੇ ਗਏ ਨੇ। ਜਾਣੀ ਜਾਣ ਸਭ ਜਾਣਦੇ ਨੇ, ਪਰ ਕਹਿੰਦੇ ਕੀ ਕਾਰਨ ਬਣ ਗਿਆ, ਉਹ ਕਿਉਂ ਚਲੇ ਗਏ, ਤੰਬੂ ਪਾੜ ਕੇ ਪਿੱਛੋਂ ਦੀ ਕਿਉਂ ਦੌੜ ਗਏ। ਹਏ ਖਰੀਦ ਨ ਪਹੁੰਚਿਓ ਪਾਸ, ਘੋੜੇ ਖਰੀਦਣ ਗਏ ਸੀ, ਅੱਗੇ ਦੀ ਅੱਗੇ ਕਿਧਰ ਲੰਘ ਗਏ, ਵਾਪਸ ਨਹੀਂ ਆਏ। ਕਹਾਂ ਗਇਓ ਕੋ ਸੁਧ ਨ ਆਈ, ਮੁੜ ਕੇ ਕੋਈ ਖਬਰ ਨਹੀਂ ਆਈ, ਕਿੱਥੇ ਚਲੇ ਗਏ ਨੇ। ਕੋ ਵਿਕਾਰ ਹੋਇਓ ਕਿਸ ਥਾਈ, ਕੋਈ ਉਹਨਾਂ ਦੇ ਨਾਲ ਕੀ ਘਟਨਾ ਵਾਪਰ ਗਈ ਹੈ, ਕੀ ਵਿਗਾੜ ਹੋ ਗਿਆ ਹੈ। ਗੁਰ ਕਰ ਸਗਰੀ ਬੈਸ ਬਿਤਾਈ, ਸਾਰੀ ਉਮਰ ਤੇ ਗੁਰੂ ਘਰ ਚ ਲੰਘਾਈ। ਤੀਸਰੇ ਪਾਤਸ਼ਾਹ ਦੇ ਭਤੀਜੇ ਸਨ ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਅਰਜਨ ਦੇਵ ਜੀ, ਸਾਡੇ ਸਤਿਕਾਰਯੋਗ ਸਨ, ਵੱਡੇ ਸਨ ਸਾਡੇ, ਕਿੱਥੇ ਚਲੇ ਗਏ। ਸਮਤ ਪ੍ਰਵੀਨ ਹੁ ਤੋ ਬਹੁ ਭਾਈ, ਬੜੇ ਸਿਆਣੇ ਸੀ ਭਾਈ ਗੁਰਦਾਸ ਜੀ। ਬਿਨਾ ਮਿਲੇ ਕਿਉ ਆਨ ਪਧਾਰਾ, ਹਾਂ, ਸਾਨੂੰ ਮਿਲੇ ਬਿਨਾਂ ਹੀ ਚਲੇ ਗਏ, ਸਾਨੂੰ ਪੁੱਛੇ ਬਿਨਾਂ ਹੀ ਚਲੇ ਗਏ। ਕਿੱਥੇ ਚਲੇ ਗਏ, ਹੋਰ ਥਾਂ ਤੇ ਜਾਣ ਵਾਲੇ ਨਹੀਂ ਸੀ ਗੁਰੂ ਘਰ ਨੂੰ ਛੱਡ ਕੇ। ਆਮਨ ਹੈ ਕਿਸ ਪ੍ਰਤ ਕਛੂ ਉਚਾਰਾ, ਤੇ ਅਸੀਂ ਤੇ ਉਹਨਾਂ ਨੂੰ ਕਦੀ ਕੌੜਾ ਬੋਲੇ ਕੋਈ ਨਹੀਂ। ਮਹਾਰਾਜ ਕਹਿੰਦੇ ਅਸੀਂ ਤੇ ਕਦੀ ਉਹਨਾਂ ਨੂੰ ਕੋਈ ਬਚਨ ਇਹੋ ਜਿਹਾ ਕਿਹਾ ਨਹੀਂ ਕਿ ਉਹਨਾਂ ਦਾ ਕੋਈ ਸਤਿਕਾਰ ਘਟਿਆ ਹੋਵੇ ਤੇ ਉਹ ਰੁੱਸ ਕੇ ਚਲੇ ਗਏ ਹੋਣ। ਹਾਂਜੀ, ਕੇਤ ਸੋਧ ਕਿਸ ਨੇ ਸੁਣੀ ਸੁਨਾਵੋ, ਭਾਈ ਤੁਹਾਡੇ ਚੋਂ ਕਿਸੇ ਨੂੰ ਪਤਾ, ਕਿਸੇ ਨੂੰ ਕੋਈ ਖਬਰ ਮਿਲੀ ਹੈ। ਦੇਖੋ ਜਾਣੀ ਜਾਣ ਜਾਣਦੇ ਨੇ, ਅਣਜਾਣ ਜੇ ਬਣ ਕੇ ਸਿੱਖਾਂ ਨੂੰ ਪੁੱਛਦੇ ਨੇ ਮੇਰੇ ਭਾਈ ਗੁਰਦਾਸ ਜੀ ਦਾ ਕੋਈ ਪਤਾ ਲੱਗਾ, ਕਿੱਥੇ ਗਏ ਨੇ। ਕਿਉਂ ਗਮਨਿਓ ਥਿਰ ਕਹਾਂ ਬਤਾਵੋ, ਭਾਈ ਗੁਰਦਾਸ ਜੀ ਕਿਉਂ ਗਏ ਨੇ, ਕਿੱਥੇ ਟਿਕੇ ਹੋਏ ਨੇ, ਜੇ ਕਿਸੇ ਨੂੰ ਕੋਈ ਖਬਰ ਹੈ ਤੇ ਦੱਸੋ ਭਾਈ। ਵਿਧੀ ਚੰਦ ਜੇਠਾ ਦੇ ਕਪਾਸ, ਉਸ ਵੇਲੇ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਤੇ ਭਾਈ ਜੇਠਾ ਜੀ ਵਰਗੇ ਸਿੱਖ ਕੋਲ ਸਨ। ਬੋਲੇ ਹਾਥ ਜੋੜ ਅਰਦਾਸ, ਹੱਥ ਜੋੜ ਕੇ ਸਿੱਖਾਂ ਨੇ ਬੇਨਤੀ ਕੀਤੀ, ਭੂਤ ਭਵਿੱਖਤ ਅਰ ਬ੍ਰਤਮਾਨ, ਇਹ ਗਰੀਬ ਨਵਾਜ਼ ਜੀ ਜੋ ਪਿੱਛੇ ਹੋ ਚੁੱਕਾ ਹੈ, ਜੋ ਚੱਲ ਰਿਹਾ ਹੈ ਔਰ ਜੋ ਅੱਗੇ ਆਉਣਾ ਹੈ ਸਮਾਂ, ਰਾਵਰ ਔਰ ਗਿਆਤਾ ਸਭ ਥਾਨ, ਆਪ ਨੂੰ ਸਭ ਪਤਾ ਹੈ। ਉੱਤੇ ਆਕਾਸ਼ ਵਿੱਚ ਕੀ ਹੋ ਰਿਹਾ ਹੈ, ਧਰਤੀ ਤੇ ਕੀ ਹੋ ਰਿਹਾ, ਥੱਲੇ ਪਤਾਲ 'ਚ ਕੀ ਹੋ ਰਿਹਾ, ਆਪ ਨੂੰ ਸਭ ਪਤਾ ਹੈ। ਆਪ ਜੀ ਤੋਂ ਸੱਚੇ ਪਾਤਸ਼ਾਹ ਦੁਨੀਆ ਦੀ ਕੋਈ ਚੀਜ਼ ਲੁਕੀ ਛਿਪੀ ਨਹੀਂ ਹੈ। ਜਾਨੋ ਆਪ ਗਇਓ ਕਿਸ ਹੇਤ, ਇਹ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਜਾਣੋ ਵੀ ਭਾਈ ਸਾਹਿਬ ਕਿਉਂ ਗਏ ਨੇ ਤੇ ਕਿੱਥੇ ਗਏ ਨੇ। ਕਹਾਂ ਜਾਹੇ ਬਸ ਕਰੇ ਨਿਕੇਤ, ਕਿੱਥੇ ਜਾ ਕੇ ਘਰ ਬਣਾ ਲਿਆ, ਕਿੱਥੇ ਡੇਰਾ ਲਾ ਲਿਆ ਭਾਈ ਸਾਹਿਬ ਨੇ, ਸਾਨੂੰ ਨਹੀਂ ਪਤਾ। ਜਾਣੀ ਜਾਣ ਸਤਿਗੁਰੂ ਆਪ ਹੀ ਜਾਣਦੇ ਹੋ। ਸੁਨ ਸਤਿਗੁਰ ਤਬ ਤੂਸ਼ਨ ਭਏ, ਜਾਣੀ ਜਾਣ ਸਿੱਖਾਂ ਦੀ ਗੱਲ ਸੁਣ ਕੇ ਚੁੱਪ ਕਰ ਗਏ। ਅਗਲੇ ਦਿਵਸ ਸਭਾ ਥਿਰ ਥਏ, ਅਗਲੇ ਦਿਨ ਫੇਰ ਸਭਾ ਵਿੱਚ ਬੈਠੇ ਨੇ। ਪ੍ਰੇਮ ਵਧੈ ਗੁਰਦਾਸ ਹੈ ਜਿਉਂ ਜਿਉਂ, ਉਧਰ ਜਿਉਂ-ਜਿਉਂ ਭਾਈ ਗੁਰਦਾਸ ਦੇ ਮਨ 'ਚ ਬਿਰਹਾ ਵੱਧਦੀ ਜਾਂਦੀ ਹੈ, ਪ੍ਰੇਮ ਵੱਧਦਾ ਜਾਂਦਾ ਹੈ। ਗੁਰ ਚਿਤ ਖਿਚਤ ਹੋਤ ਹੈ ਤਿਉਂ ਤਿਉਂ, ਉਹ ਇਹ ਤਿਉਂ ਖਿੱਚਾਂ ਪੈ ਰਹੀਆਂ ਨੇ। ਭਾਈ ਸਾਹਿਬ ਗੁਰਦਾਸ ਜੀ ਵਿਆਕਲ ਹੋਈ ਜਾਂਦੇ ਨੇ ਤੇ ਗੁਰੂ ਸਾਹਿਬ ਵੀ ਖਿੱਚਾਂ ਦੇ ਵਿੱਚ ਫਿਰ ਵਿਆਕਲ ਹੋਈ ਜਾਂਦੇ ਨੇ। ਇਹ ਸਾਧ ਸੰਗਤ ਜੀ ਦੋ ਤਰਫੀ ਖੇਡ ਹੈ, ਇੱਕ ਤਰਫੀ ਨਹੀਂ। ਇਧਰ ਸਿੱਖ ਦੇ ਮਨ 'ਚ ਖਿੱਚ ਪੈਂਦੀ, ਉਧਰ ਗੁਰੂ ਦੇ ਵੀ ਉਨੀ ਪੈਂਦੀ। ਹਾਂਜੀ, ਬਿਨਾ ਪਠੇ ਨਰ ਔਰ ਅਕੁਲਾਏ, ਮਹਾਰਾਜ ਵੀ ਵਿਆਕਲ ਹੋ ਗਏ। ਹੁਣ ਮਹਾਰਾਜ ਕੋਲੋਂ ਵੀ ਸਬਰ ਕਰਨਾ ਔਖਾ ਹੋ ਗਿਆ। ਕਹਿੰਦੇ ਹੁਣ ਬੰਦਾ ਭੇਜਣਾ ਪੈਣਾ ਹੈ। ਬਸੀ ਪ੍ਰੇਮ ਕੇ ਸਹਿਜ ਸੁਭਾਏ, ਮੇਰੀ ਪੀਰੀ ਦੇ ਮਾਲਕ ਪਾਤਸ਼ਾਹ ਪ੍ਰੇਮ ਦੇ ਵਸ ਹਨ। ਬਿਲ ਮਿਓ ਜਾਏ ਨਹੀਂ ਕਿਸ ਕਾਲ, ਹੁਣ ਦੇਰੀ ਨਹੀਂ ਹੋ ਸਕਦੀ, ਹੁਣ ਦੇਰੀ ਕਰਨ ਦਾ ਸਮਾਂ ਨਹੀਂ ਹੈ। ਭਈ ਪ੍ਰੇਮ ਕੀ ਖੈਂਚ ਵਿਸਾਲ, ਆਹਾ, ਰੱਬ ਭਗਤਾਂ ਨੇ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ।
ਇਹੋ ਜੀ ਡੋਰ ਪਾਈ ਭਾਈ ਗੁਰਦਾਸ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਵੀ ਦਿਨ ਰਾਤ ਹੁਣ ਭਾਈ ਗੁਰਦਾਸ ਭਾਈ ਗੁਰਦਾਸ ਭਾਈ ਗੁਰਦਾਸ ਹੀ ਸੋਚਦੇ ਰਹਿੰਦੇ ਆ। ਹਾਂਜੀ, ਚਹਿਤ ਟਰਿਓ ਕੇਤਕ ਦਿਨ ਔਰ। ਮਹਾਰਾਜ ਚਾਹੁੰਦੇ ਵੀ ਕੁਝ ਹੋਰ ਦਿਨ ਟਾਲਾ ਕਰ ਲਈਏ, ਹੋਰ ਥੋੜੀ ਜਿਹੀ ਖਿੱਚ ਪਵਾ ਲਈਏ, ਤਉ ਨ ਟਰਿਓ ਜਾਤ ਸੁਖ ਠੌਰ। ਪਰ ਫਿਰ ਮਨ ਨੂੰ ਚੈਨ ਨਹੀਂ ਆਉਂਦਾ, ਕਹਿੰਦੇ ਨਹੀਂ ਹੁਣ ਭੇਜਣਾ ਹੀ ਪੈਣਾ। ਹਾਂਜੀ, ਪਠਨ ਹੇਤ ਮਾਨਵ ਤਤਕਾਲ। ਛੇਤੀ ਬੰਦਾ ਭੇਜਣ ਵਾਸਤੇ ਈਨਸ ਤਿਆਰੀ ਗੁਰੂ ਕਿਰਪਾਲ। ਮੇਰੇ ਪਾਤਸ਼ਾਹ ਨੇ ਤਿਆਰੀਆਂ ਕਰ ਲਈਆਂ। ਸਾਧ ਸੰਗਤ ਜੀ, ਅਗਲੇ ਪ੍ਰਕਰਨ ਵਿੱਚ ਇੱਕ ਕਥਾ ਆਵੇਗੀ ਵੀ ਮਹਾਰਾਜ ਛੇਵੇਂ ਪਾਤਸ਼ਾਹ ਇੱਕ ਚਿੱਠੀ ਲਿਖਣਗੇ ਤੇ ਚਿੱਠੀ ਵੀ ਥੋੜੀ ਜੀ ਕਰੜੀ ਭਾਸ਼ਾ 'ਚ ਲਿਖਣਗੇ, ਰਾਜੇ ਨੂੰ ਲਿਖਣਗੇ, ਕਾਂਸ਼ੀ ਦੇ ਨੂੰ, ਵੀ ਤੂੰ ਗੁਰੂ ਕਾ ਸਿੱਖਿਆ, ਤੇਰੇ ਲਾਇਕ ਭਾਈ ਇੱਕ ਸੇਵਾ ਹੈ। ਸਾਡਾ ਇੱਕ ਚੋਰ ਹੈ ਗੁਰਦਾਸ ਨਾਮ ਕਰਕੇ, ਉਹ ਤੇਰੇ ਸ਼ਹਿਰ ਵਿੱਚ ਇੱਥੇ ਰਹਿੰਦਾ, ਉਹਨੂੰ ਫੜ ਕੇ ਉਹਦੀਆਂ ਮੁਸ਼ਕਾਂ ਬੰਨ੍ਹ ਕੇ ਭੇਜ ਦੇ। ਸਾਧ ਸੰਗਤ ਜੀ, ਇਹ ਹੁਣ ਗੁਰੂ ਦੀਆਂ ਖੇਡਾਂ ਹਨ, ਪ੍ਰੀਖਿਆ ਹੈ ਗੁਰੂ ਦੀ, ਤੇ ਭਾਈ ਸਾਹਿਬ ਪਾਸ ਹੋਣਗੇ। ਅੱਗੇ ਕਥਾ ਸੁਣਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ।